You're listening to The Show of Life with Jatinder Gitta. पाकिस्तान ਦੀ ਸਰਜ਼ਮੀਨ ਜੇਹਲਮ ਦਰਿਆ ਦੇ ਕਿਨਾਰੇ ਵਸਿਆ ਸ਼ਹਿਰ ਸਰਾਏ ਆਲਮਗੀਰ। ਸ਼ਹਿਰ ਦੇ ਕੋਨੇ ਦੇ ਵਿੱਚ ਜੇਹਲਮ ਦੀ ਵੱਖੀ ਦੇ ਨਾਲ ਬਣੀ 3 ਮੰਜ਼ਲਾ ਸੁਰਮਈ ਹਵੇਲੀ, ਇੰਨੀ ਸੁਰਮਈ ਕਿ ਦੂਰੋਂ ਕਿਸੇ ਪਹਾੜ ਦਾ ਭੁਲੇਖਾ ਪਵੇ। ਛੱਤ ਤੇ ਖੜਾ ਇਨਸਾਨ ਜੇਹਲਮ ਦਰਿਆ ਦੇ ਹੁਸਨ ਨੂੰ ਦੇਖ ਸਕਦਾ ਸੀ। ਇਸ ਛੱਤ ਤੇ ਖੜੋ ਕੇ ਹਵੇਲੀ ਦੀ ਮਾਲਕਣ ਨੇ ਬੇਸ਼ੁਮਾਰ ਵਾਰੀ ਜੇਹਲਮ ਦੇ ਹੁਸਨ ਦਾ ਜਲਵਾ ਵੇਖਿਆ ਸੀ, ਪਰ ਉਸਦੇ ਆਪਣੇ ਹੁਸਨ ਨੂੰ ਸਿਰਫ ਹਵਾ ਤੇ ਸੂਰਜ ਤੋਂ ਇਲਾਵਾ ਸ਼ਾਇਦ ਇਸ ਸ਼ਹਿਰ ਦੇ ਵਿੱਚ ਕਿਸੇ ਨੇ ਨਹੀਂ ਸੀ ਤੱਕਿਆ, ਜਾਂ ਫਿਰ ਸਿਰਫ ਤੇ ਸਿਰਫ ਦਰਿਆ ਜੇਹਲਮ ਉਸਦਾ ਹਮਰਾਹ ਸੀ। ਉਸਦੇ ਹੁਸਨ ਨੂੰ, ਗੁਲਬਾਨੋ ਦੇ ਹੁਸਨ ਨੂੰ ਸਿਰਫ ਉਸ ਦਰਿਆ ਨੇ ਤੱਕਿਆ ਸੀ। ਇਸ ਛੱਤ ਤੇ ਉਸਦੀ ਜ਼ਿੰਦਗੀ ਦਾ ਬਹੁਤਾ ਹਿੱਸਾ ਇਸੇ ਤਰ੍ਹਾਂ ਘੁੰਮਦਿਆਂ ਫਿਰਦਿਆਂ ਗੁਜ਼ਰਿਆ, ਕਦੇ ਉਦਾਸ ਤੇ ਕਦੇ ਪੁਰਸਕੂਨ। ਦੋਵੇਂ ਆਪਣੇ ਅੰਦਰ ਉੱਠਦੇ ਤੂਫਾਨਾਂ ਨੂੰ ਸਾਂਝਿਆ ਕਰਦੇ ਹੋ, ਦੋਵੇਂ ਆਪਸ ਦੇ ਵਿੱਚ ਜਿਵੇਂ ਗੱਲਾਂ ਕਰਦੇ ਰਹਿੰਦੇ, ਕਦੇ ਸ਼ਾਂਤ ਹੋ ਕੇ ਹੇਠਾਂ ਉਤਰਦੀ ਤੇ ਕਦੇ ਦੋਵੇਂ ਮਿਲ ਕੇ ਦੁੱਖੜੇ ਸਾਂਝੇ ਕਰਦੇ। ਪਿਛਲੇ 40 ਸਾਲਾਂ ਤੋਂ ਲਗਭਗ ਇਹੀ ਤਾਂ ਹੋ ਰਿਹਾ ਸੀ। ਪਿਛਲੀ ਜੁਮੇਰਾਤ ਨੂੰ ਉਸਦੇ ਬੇਟੇ ਸ਼ਮੀਰ ਦਾ ਇੰਗਲੈਂਡ ਤੋਂ ਖਤ ਆਇਆ ਸੀ ਕਿ ਅੰਮੀ ਤੁਸੀਂ ਸਾਡੇ ਕੋਲ ਆ ਜਾਓ, ਬੱਚੇ ਤੁਸਾਂ ਨੂੰ ਬੜਾ ਯਾਦ ਕਰਦੇ ਨੇ, ਫਿਰਦੌਸ ਸਲਾਮ ਭੇਜਦੀ ਹੈ ਤੇ ਹੋਰ ਪਤਾ ਨਹੀਂ ਕੀ ਕੁਝ ਲਿਖਿਆ ਸੀ। ਗੁਲਬਾਨੋ ਨੇ ਖਤ ਪੜ੍ਹ ਕੇ ਬਨੇਰੇ ਉੱਤੇ ਰੱਖ ਦਿੱਤਾ ਤੇ ਤੇਜ਼ ਹਵਾ ਆਈ ਤੇ ਖਤ ਉੱਡਦਾ ਹੋਇਆ ਜੇਹਲਮ ਦੇ ਪਾਣੀ ਦੇ ਵਿੱਚ ਜਾ ਸਮਾਇਆ। ਅੱਜ ਫਿਰ ਸਵੇਰ ਜਦੋਂ ਸਮੀਰ ਦਾ ਫੋਨ ਆਇਆ ਤਾਂ ਉਹ ਵੱਧ ਸੁੱਤੀ ਸੀ। ਨੌਕਰ ਨੇ ਦਰਵਾਜ਼ੇ ਉੱਤੇ ਦਸਤਕ ਦਿੱਤੀ ਤਾਂ ਉਸਨੇ ਬਹਾਨਾ ਬਣਾ ਦਿੱਤਾ ਤੇ ਆਖ ਦੇਵੇ ਕਿ ਅੰਮੀ ਤਾਂ ਅਜੇ ਸੌ ਰਹੀ ਹੈ ਜਾਂ ਫਿਰ ਤਬੀਅਤ ਠੀਕ ਨਹੀਂ ਵਗੈਰਾ ਵਗੈਰਾ ਵਗੈਰਾ। ਬਜ਼ੁਰਗ ਨੌਕਰ ਫਾਰੂਕ ਪਿਛਲੇ 50 ਸਾਲਾਂ ਤੋਂ ਇਸ ਹਵੇਲੀ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਬੇਗਮ ਸਾਹਿਬਾ ਦੀ ਰਗ ਰਗ ਤੋਂ ਵਾਕਿਫ ਸੀ। ਫੋਨ ਤਾਂ ਆ ਗਿਆ, ਗੱਲ ਵੀ ਨਾ ਕੀਤੀ, ਪਰ ਉਹ ਮੁੜ ਨਾ ਸੌਂ ਸਕੀ। ਉਸਦੇ ਸੁੱਕੇ ਜ਼ਖਮ ਹਰੇ ਹੋ ਗਏ। ਉਸਦੇ ਜ਼ਖਮੀ ਦਿਲ ਦੀਆਂ ਤਾਰਾਂ ਫੜ ਕੇ ਕਿਸੇ ਨੇ ਝੰਜੋੜ ਦਿੱਤੀਆਂ ਸਨ। ਫਿਰ ਕੋਈ ਪੁਰਾਣਾ ਅਫਸਾਨਾ ਉਸਨੂੰ ਯਾਦ ਆ ਗਿਆ, ਅਫਸਾਨਾ ਜੋ ਹਰ ਵਕਤ ਉਸਦੇ ਦਿਲੋਂ ਦਿਮਾਗ ਦੇ ਵਿੱਚ ਘੁੰਮਦਾ ਸੀ, ਅਫਸਾਨਾ ਜੋ ਉਸਦੇ ਨਾਲ ਗੁਜ਼ਰਿਆ ਸੀ, ਅਫਸਾਨਾ ਜੋ ਉਸਦੀ ਹਕੀਕਤ ਸੀ, ਅਫਸਾਨਾ ਜੋ ਉਹ ਖੁਦ ਬਣ ਗਈ ਸੀ। ਇਹੋ ਜਿਹਾ ਅਫਸਾਨਾ ਕੀ ਹੋਏਗਾ? ਅਫਸਾਨਾ ਵੈਸੇ ਤਾਂ ਇਸ ਮਰਦ ਸਮਾਜ ਵਿੱਚ ਔਰਤਾਂ ਦੇ ਅਫਸਾਨੇ ਬਣਨੇ ਬੜੇ ਆਸਾਨ ਨੇ। ਔਰਤਾਂ ਤਾਂ 2 ਵਾਰੀ ਖਿੜਕੀ ਦੇ ਵਿੱਚ ਖੜੀ ਹੋ ਜਾਣ ਤਾਂ ਅਫਸਾਨਾ ਬਣ ਜਾਂਦਾ ਹੈ। ਰਾਹ ਜਾਂਦੀ ਦੇ ਕਿਸੇ ਘੜੇ ਜਾਂਦੇ ਨੇ, ਕਿਸੇ ਬਣਾ ਦਿੱਤੇ ਜਾਂਦੇ ਨੇ, ਥਾਂ ਥਾਂ ਅਫਸਾਨਾ ਨਿਗਾਰ ਬੈਠੇ ਨੇ ਉਸ ਦੇ ਲਈ, ਪਰ ਉਸਨੇ ਤਾਂ ਅਸਲੋਂ ਜੱਗੋਂ 13ਵੀਂ ਕਰ ਦਿੱਤੀ ਸੀ। ਅਫਸਾਨਾ ਵੀ ਉਹ ਬਣਿਆ ਸੀ ਕਿ ਕੋਈ ਸੁਣੇ ਤਾਂ ਫੈਸਲਾ ਨਾ ਕਰ ਸਕੇ ਕਿ ਉਸਦੀ ਹਾਲਤ ਤੇ ਹੱਸਿਆ ਜਾਵੇ ਜਾਂ ਫਿਰ ਰੋਇਆ ਜਾਵੇ, ਇਹੋ ਜਿਹਾ ਅਫਸਾਨਾ। ਪਰ ਬੇਗਮ ਸਾਹਿਬਾ ਹੁਣ ਬੜੀ ਖੁਦਦਾਰ, ਮਗਰੂਰ ਤੇ ਬੁਲੰਦ, ਉਹ ਕਿਸੇ ਚੱਟਾਨ ਵਾਂਗ ਸੀ ਜਿਸਨੇ ਕਿਸੇ ਪਾਸਿਓਂ ਤੂਫਾਨ ਲੰਘ ਜਾਂਦੇ ਸੀ ਤੇ ਉਸਦਾ ਸਿਰ ਨਹੀਂ ਸੀ ਝੁਕਦਾ, ਕੋਈ ਫਰਕ ਨਹੀਂ ਸੀ ਪੈਂਦਾ। ਪਿਛਲੇ 40 ਸਾਲ ਤੋਂ ਉਹ ਕਿਸੇ ਕੈਦੀ ਦੇ ਵਾਂਗ ਇਸ ਹਵੇਲੀ ਦੇ ਵਿੱਚ ਨਜ਼ਰਬੰਦ ਸੀ। ਕੈਦੀ ਜੋ ਜੇਲ੍ਹ ਦੀ ਮਲਕਾ ਹੋਵੇ, ਇਹ ਉਮਰ ਕੈਦ ਖੁਦ ਉਸਨੇ ਆਪ ਆਪਣੇ ਆਪ ਨੂੰ ਦਿੱਤੀ ਸੀ, ਕਿਸੇ ਹੋਰ ਨੇ ਨਹੀਂ। 40 ਸਾਲ ਪਹਿਲਾਂ ਉਹ ਕਿਸੇ ਤੂਫਾਨ ਵਾਂਗ ਆਈ ਸੀ, ਹਵੇਲੀ ਦੀਆਂ ਕਿਲੇ ਵਰਗੀਆਂ ਕੰਧਾਂ ਦੇ ਵਿੱਚ ਸਮਾ ਗਈ। ਬਸ ਕੋਈ ਸ਼ਖਸ ਸੀ ਉਸਦੇ ਜ਼ਮਾਨੇ ਦਾ ਜੋ ਉਸਦੇ ਅਫਸਾਨੇ ਨੂੰ ਛੇੜ ਬਹਿੰਦਾ ਸੀ, ਵਰਨਾ ਉਹ ਹੁਣ ਇੱਕ ਬੀਤ ਚੁੱਕੀ ਬਾਤ ਸੀ। ਪੁਰਾਣੇ ਲੋਕ ਜਾ ਚੁੱਕੇ ਸੀ ਤੇ ਨਵੇਂ ਆ ਰਹੇ ਸਨ, ਬੁੱਢੇ ਮਰ ਚੁੱਕੇ ਸਨ, ਨੌਜਵਾਨ ਬੁੱਢੇ ਹੋ ਗਏ ਸਨ ਤੇ ਬੱਚੇ ਜਵਾਨ ਹੋ ਗਏ ਸਨ। ਉਸਦਾ ਰਾਜ਼ ਹੁਣ ਇਸ ਹਵੇਲੀ ਦੀਆਂ ਕੰਧਾਂ ਦੇ ਵਿੱਚ ਮਹਿਫੂਜ਼ ਸੀ। ਪੂਰੀ ਆਦਮਜ਼ਾਦ ਨਾਲ ਜਿਵੇਂ ਉਸਨੂੰ ਨਫ਼ਰਤ ਸੀ, 2 ਸ਼ਬਦਾਂ ਤੋਂ ਵੱਧ ਗੱਲ ਨਾ ਸਾ ਕਰਦੀ। ਉਹ ਮੁਹੱਬਤ ਅਤੇ ਨਫ਼ਰਤ ਦੇ 2 ਰੰਗਾਂ ਦੇ ਵਿੱਚ ਰੰਗੀ ਉਹ ਦੁਨੀਆ ਦੇ ਹਰ ਤੀਜੇ ਰੰਗ ਤੋਂ ਬੇਖਬਰ ਸੀ। ਨਫ਼ਰਤ ਦਾ ਰੰਗ ਉਸਦੀ ਮਮਤਾ ਦੇ ਰੰਗ ਨੂੰ ਵੀ ਖਾ ਗਿਆ ਸੀ। ਪੁੱਤਰ ਸਮੀਰ ਨੇ ਵੀ ਤਾਂ ਕੀ ਕੀਤਾ ਸੀ ਉਹਦੇ ਨਾਲ? ਉਹਨੇ ਭਲਾ ਕੀ ਕੀਤਾ ਸੀ? ਕੌਣ ਹੈ ਗੁਲਬਾਨੋ? ਕੀ ਹੋਇਆ ਹੋਏਗਾ ਉਹਦੇ ਨਾਲ? ਕਿਹੜਾ ਅਫਸਾਨਾ ਉਸਦੇ ਜ਼ਿਹਨ ਦੇ ਵਿੱਚ ਪਿਛਲੇ ਇੰਨੇ ਸਾਲਾਂ ਤੋਂ ਉਸ ਹਵੇਲੀ ਦੀਆਂ ਕੰਧਾਂ ਦੇ ਅੰਦਰ ਨਾਲ ਦੀ ਨਾਲ ਹੌਲੀ ਹੌਲੀ ਦਫਨ ਹੁੰਦਾ ਜਾ ਰਿਹਾ ਸੀ? ਕੀ ਹੋਇਆ ਸੀ ਗੁਲਬਾਨੋ ਦੇ ਨਾਲ? ਹਾਂ, ਫੁੱਲਾਂ ਵਰਗੀ ਤਾਂ ਸੀ ਗੁਲਬਾਨੋ, ਕਿਸੇ ਤਾਜ਼ਾ ਖਿੜੇ ਗੁਲਾਬ ਵਰਗੀ। ਗੁਲਾਬੀ ਰੰਗ ਤੇ ਕਾਬੁਲ ਦੇ ਅਨਾਰ ਵਰਗੀਆਂ ਸੁਰਖ ਗੱਲਾਂ, ਸ਼ਰਬਤੀ ਅੱਖਾਂ ਦੇ ਵਿੱਚ ਧਾਰੀਦਾਰ ਸੁਰਮਾ,
ਨਾਜ਼ੁਕ ਪੱਤੀਆਂ ਵਰਗੇ ਹੋਂਠ। ਬੋਲਦੀ ਸੀ ਤਾਂ ਲੱਗਦੀ ਸੀ ਜਿਵੇਂ ਬੁਲਬੁਲ ਚਹਿਕ ਰਹੀ ਹੋਵੇ। 6.25 ਫੁੱਟ ਦੀ ਲੰਮੀ ਕੱਦ ਵਾਲੀ ਤੇ ਸਧਾਰਨ ਮਰਦ ਉਹਦੇ ਸਾਹਮਣੇ ਬੜਾ ਬੌਣਾ ਜਿਹਾ ਲੱਗਦਾ। ਸੁਰਾਹੀ ਵਰਗੀ ਗਰਦਨ, ਗੋਰੀਆਂ ਗੋਲ ਬਾਹਾਂ ਤੇ ਬਾਹਾਂ ਦੇ ਵਿੱਚ 7 ਰੰਗੀਆਂ ਬੰਗਾਂ, ਜ਼ੁਲਫਾਂ ਦੇ ਸਿਆਹ ਛੱਲੇ ਤੇ ਛੱਲਿਆਂ ਦੇ ਵਿੱਚ ਘਿਰਿਆ ਰੋਸ਼ਨ ਚਿਹਰਾ। ਹੁਸਨ ਦਾ ਕੋਈ ਮੁਜੱਸਮਾ ਸੀ ਉਹ ਗੁਲਬਾਨੋ। ਹਨੇਰੀ ਵਾਂਗ ਜਵਾਨੀ ਚੜ੍ਹੀ ਸੀ ਉਸਨੂੰ, ਜਿਵੇਂ ਅਟਕ ਦਰਿਆ ਦੇ ਵਿੱਚ ਹੜ੍ਹ ਆਇਆ ਹੋਵੇ। 18 ਸਾਲਾਂ ਦੇ ਵਿੱਚ ਛੱਬੀਆਂ ਦੀ ਲੱਗਦੀ ਸੀ ਉਹਦੀ ਅੰਮੀ ਉਹਨੂੰ ਛੁਪਾ ਰੱਖਦੀ ਤੇ ਕਿਤੇ ਨਜ਼ਰ ਨਾ ਲੱਗ ਜਾਵੇ। ਅੱਬੂ ਉਸਨੂੰ ਪੁੱਤਰਾਂ ਦੇ ਨਾਲੋਂ ਵੀ ਵੱਧ ਪਿਆਰ ਕਰਦਾ ਤੇ ਚਾਰੇ ਭਰਾਵਾਂ ਦੀ ਜਾਨ ਤੋਂ ਵੱਧ ਪਿਆਰੀ ਸੀ। ਜਿੰਨੀ ਹਸੀਨ ਸੀ ਉਨੀ ਹੀ ਜ਼ਹੀਨ ਸੀ। ਜ਼ਮੀਨਦਾਰ ਨਾਸਿਰ ਹੁਸੈਨ ਦੀ 4 ਪੁੱਤਰਾਂ ਤੋਂ ਬਾਅਦ ਇਕੱਲੀ ਛੋਟੀ ਧੀ ਸੀ ਉਹ। ਹਾਲੇ 10 ਸਾਲ ਦੀ ਸੀ, ਰਿਸ਼ਤੇ ਆਉਣੇ ਸ਼ੁਰੂ ਵੀ ਹੋ ਗਏ, ਪਰ ਅੰਮੀ ਉਸਦਾ ਵਿਆਹ ਟਾਲਦੀ ਆ ਰਹੀ ਸੀ। ਤੇਰੇ ਬਗੈਰ ਸਾਡਾ ਦਿਲ ਕਿੱਦਾਂ ਲੱਗੇਗਾ ਬੱਚੀਏ। ਅੰਮੀ ਉਹਦੇ ਵਿਆਹ ਦੀ ਗੱਲ ਛਿੜਦਿਆਂ ਹੀ ਅਕਸਰ ਅੱਖਾਂ ਭਰ ਲੈਂਦੀ। ਗੁਲਬਾਨੋ ਸਾਰੀ ਦੁਨੀਆ ਤੋਂ ਦੂਰ ਮਸਤ ਆਪਣੀਆਂ ਸਹੇਲੀਆਂ ਦੇ ਵਿੱਚ ਕਸੀਦੇ ਕੱਢਦੀ ਰਹਿੰਦੀ। ਅਮੀਰੀ ਤੇ ਹੁਸਨ, ਸੋਨੇ ਤੇ ਸੁਹਾਗਾ, ਅਲੜ ਉਮਰ, ਬੇਪਰਵਾਹ ਤੇ ਬੇਖੌਫ। ਉਮਰ ਜੋ ਜਾਗਦਿਆਂ ਖਾਬ ਦੇਖੇ, ਉਮਰ ਜੋ ਕਸਤੂਰੀ ਵਾਲੇ ਹਿਰਨ ਵਾਂਗ ਆਪਣੀ ਮਹਿਕ ਵਿੱਚ ਮਦਮਸਤ ਹੋਵੇ। ਇਹੀ ਉਮਰ ਸੀ ਜਦੋਂ ਉਹ ਆਪਣੀ ਸਹੇਲੀ ਦੇ ਘਰ ਸਿਖਰ ਦੁਪਹਿਰ ਕਸੀਦਾ ਕੱਢਣ ਗਈ, ਡੰਗੀ ਗਈ ਸੀ। ਮਿੱਠਾ ਮਿੱਠਾ ਜ਼ਹਿਰ ਚੜਿਆ ਸੀ ਤੇ ਉਸ ਤੇ ਹਲਕਾ ਹਲਕਾ ਸਰੂਰ ਹੋ ਗਿਆ ਸੀ। ਰਾਤ ਨੂੰ ਬਿਸਤਰ ਤੇ ਪਈ ਉਹ ਕਰਵਟਾਂ ਬਦਲਦੀ ਸੀ, ਪਰ ਉਹ ਹੁਸੀਨ ਚਿਹਰਾ ਉਸਦੀ ਨੀਂਦ ਉਡਾ ਕੇ ਲੈ ਗਿਆ। ਚਿਹਰਾ ਜੋ ਆਫਤਾਬੀ ਸੀ, ਨਜ਼ਰ ਜੋ ਜਾਦੂ ਸੀ ਤੇ ਹੁਸਨ ਜਿਵੇਂ ਟੂਣਾ ਸੀ। ਫਿਰੋਜ਼ ਸੀ ਉਹ। ਕੌਣ ਸੀ ਫਿਰੋਜ਼? ਉਸਦੇ ਬੰਦ ਹੋਠਾਂ ਨੇ ਕਈ ਵਾਰੀ ਉਸ ਜਾਦੂਗਰ ਦਾ ਨਾਂ ਲਿਆ ਸੀ ਜਿਸ ਨੇ ਦਿਲ ਦਾ ਸਕੂਨ ਚੁਰਾ ਲਿਆ। ਫਿਰੋਜ਼ ਦਾਮਾਦ ਸੀ ਉਸਦੇ ਪੜੋਸੀਆਂ ਦਾ, ਉਸਦੀ ਪੱਕੀ ਸਹੇਲੀ ਸ਼ਕੀਲਾ ਦਾ ਸ਼ੌਹਰ। ਇੱਕ ਦੰਦ ਰੋਟੀ ਸੀ ਦੋਹਾਂ ਸਹੇਲੀਆਂ ਦੀ। ਸ਼ਕੀਲਾ ਨੇ ਜਦੋਂ ਗੁਲਬਾਨੋ ਦਾ ਫਿਰੋਜ਼ ਦੇ ਨਾਲ ਤਾਰੁਫ ਕਰਾਇਆ ਤਾਂ ਦੋਹਾਂ ਨੂੰ ਜਿਵੇਂ ਕਾਠ ਮਾਰ ਗਿਆ। ਮੂੰਹਾਂ ਵਿੱਚੋਂ ਆਵਾਜ਼ ਨਾ ਨਿਕਲੀ, ਅੱਖਾਂ ਦੇ ਵਿੱਚ ਅੱਖਾਂ ਫਸ ਗਈਆਂ ਹੋਣ ਦੋਹਾਂ ਦੀਆਂ। ਇੰਨਾ ਖੂਬਸੂਰਤ ਨੌਜਵਾਨ ਜਿਵੇਂ ਕੋਈ ਤਸਵੀਰ ਹੋਵੇ। ਗੁਲਬਾਨੋ ਤੋਂ 2 ਗਿੱਠ ਉੱਚਾ, ਗੋਰਾ ਨਿਸ਼ੋਹ ਰੰਗ ਤੇ ਫੌਲਾਦੀ ਜਿਸਮ, ਕਾਲੀ ਸਿਆਹ ਜ਼ੁਲਫਾਂ ਦੇ ਪੇਚ ਚੌੜੇ ਮੱਥੇ ਨੂੰ ਚੁੰਮਣ ਦੀ ਹਸਰਤ ਦੇ ਵਿੱਚ ਝੁਕ ਜਾਂਦੇ। ਗੁਲਬਾਨੋ ਦੇ ਦਿਲ ਦੇ ਕੋਰੇ ਤੇ ਖਾਲੀ ਫਰੇਮ ਦੇ ਵਿੱਚ ਫਿਰੋਜ਼ ਦੀ ਤਸਵੀਰ ਵਸ ਗਈ। ਜਦੋਂ ਵੀ ਫਿਰੋਜ਼ ਦਾ ਜ਼ਿਕਰ ਛਿੜਦਾ, ਗੁਲਬਾਨੋ ਦਾ ਦਿਲ ਧੜਕਣ ਲੱਗ ਜਾਂਦਾ। ਫਿਰੋਜ਼ ਦੇ ਨਾਲ ਅਧੂਰੀ ਜਿਹੀ ਮੁਲਾਕਾਤ ਨੇ ਉਸਦੇ ਅਰਮਾਨ ਜਗਾ ਦਿੱਤੇ। ਨਾ ਉਹ ਉਸਨੂੰ ਮਿਲ ਸਕਦੀ ਸੀ, ਨਾ ਭੁੱਲ ਸਕਦੀ ਸੀ, ਨਾ ਖਤ, ਨਾ ਸੁਨੇਹਾ, ਨਾ ਹਾਂ ਨਾ ਕਾਸ਼ ਇੱਕ ਵਾਰ ਫਿਰ ਮਿਲੇ ਉਹ ਨੂਰਾਨੀ ਚਿਹਰਾ। ਦੂਰੀ ਵਾਰ ਦੇਖਣ ਲਈ ਉਹ ਖੁਦਾ ਅੱਗੇ ਦੁਆ ਕਰਦੀ ਤੇ ਖੁਦਾ ਨੇ ਇਸਦੀ ਛੇਤੀ ਸੁਣ ਵੀ ਲਈ। ਫਿਰੋਜ਼ ਇੱਕ ਦਿਨ ਅਚਾਨਕ ਘੋੜੇ ਤੇ ਚੜ੍ਹ ਕੇ ਆ ਗਿਆ। ਗੁਲਬਾਨੋ ਨੇ ਸੁਣਿਆ ਤਾਂ ਜਿਵੇਂ ਉਸਨੂੰ ਮਨ ਦੀ ਮੁਰਾਦ ਮਿਲ ਗਈ ਹੋਵੇ, ਉਹ ਸ਼ਕੀਲਾ ਦੇ ਘਰ ਪਹੁੰਚ ਗਈ। ਗੁਲਬਾਨੋ ਉਹਨਾਂ ਲਈ ਘਰ ਦੀ ਹੀ ਲੜਕੀ ਸੀ, ਇਸ ਲਈ ਕਿਸੇ ਨੇ ਸ਼ੱਕ ਵੀ ਨਹੀਂ ਸੀ ਕਰਨਾ, ਨਾ ਤਾਂ ਸ਼ਕੀਲਾ ਨੇ ਵੀ ਨਹੀਂ ਕਰਨਾ ਸੀ। ਉਸਦੀ ਸਹੇਲੀ ਸੀ। ਫਿਰੋਜ਼ ਤੇ ਗੁਲਬਾਨੋ ਨੇ ਰੱਜ ਕੇ ਅੱਖਾਂ ਦੀ ਪਿਆਸ ਬੁਝਾਈ। ਕੋਈ ਗੱਲ ਨਹੀਂ ਹੋਈ। ਦੋਵਾਂ ਨੇ ਖਾਮੋਸ਼ ਇਕਰਾਰ ਕੀਤੇ ਤੇ ਸ਼ਾਮ ਨੂੰ ਦੋਵੇਂ ਪਿੰਡ ਤੋਂ ਬਾਹਰ ਮਸਜਿਦ ਦੇ ਕੋਲ ਮਿਲੇ। ਦੇਰ ਤੱਕ ਉਹ ਜ਼ਮੀਨ ਤੇ ਬੈਠੇ ਗੱਲਾਂ ਕਰਦੇ ਰਹੇ, ਇੱਕ ਦੂਜੇ ਦਾ ਹੱਥ ਫੜੀ ਕਸਮਾਂ ਵਾਅਦੇ ਹੁੰਦੇ ਰਹੇ। ਆਖਰ ਦੋਵਾਂ ਨੇ ਫਿਰੋਜ਼ ਦੀ ਫੂਫੀ ਨਜ਼ੀਰਾਂ ਦੇ ਘਰ ਮਿਲਣ ਲਈ ਵਾਅਦਾ ਕੀਤਾ। ਫਿਰੋਜ਼ ਨੇ ਸੋਚਿਆ ਕਿ ਆਪਣੀ ਫੂਫੀ ਜਾਨ ਨੂੰ ਆਪਣੇ ਦਿਲ ਦੀ ਗੱਲ ਦੱਸੇਗਾ ਤਾਂ ਉਹਨਾਂ ਦਾ ਸਾਥ ਦੇਵੇਗੀ। ਫਿਰੋਜ਼ ਦੇ ਗੁਲਬਾਨੋ ਦੇ ਇਸ਼ਕ ਦੀ ਗੱਲ ਪਤਾ ਲੱਗੀ ਤਾਂ ਉਹ ਖਿੜ ਗਈ। ਉਹ ਫਿਰੋਜ਼ ਦੇ ਸਸੁਰਾਲ ਨੂੰ ਪਸੰਦ ਨਹੀਂ ਸੀ ਕਰਦੀ। ਉਸਨੇ ਫਿਰੋਜ਼ ਤੇ ਗੁਲਬਾਨੋ ਦੇ ਇਸ਼ਕ ਦੀ ਅੱਗ ਨੂੰ ਜਿਵੇਂ ਦੋਵੇਂ ਹੱਥਾਂ ਦੇ ਨਾਲ ਪੱਖੀਆਂ ਝੱਲੀਆਂ ਹੋਣ ਤੇ ਹਵਾ ਦਿੱਤੀ ਹੋਵੇ। ਉਹ ਤਾਂ ਕਲੇਸ਼ ਭਾਲਦੀ ਸੀ। ਗੁਲਬਾਨੋ ਤੇ ਫਿਰੋਜ਼ ਚੋਰੀਓ ਫੁੱਫੀ ਨਜ਼ੀਰਾਂ ਦੇ ਘਰ ਮਿਲਦੇ ਰਹਿੰਦੇ, ਪਰ ਇਸ਼ਕ ਮੁਸ਼ਕ ਛੁਪਾਇਆ ਕਿੱਥੇ ਛੁਪਦੇ ਨੇ। ਹੌਲੀ ਹੌਲੀ ਲੋਕਾਂ 'ਚ ਫੈਲਦੀ ਗੱਲ ਗੁਲਬਾਨੋ ਦੀ ਅੰਮੀ ਤੱਕ ਜਾ ਪਹੁੰਚੀ। ਅੰਮੀ ਨੇ ਅੰਦਰ ਵੜ ਕੇ ਗੁਲਬਾਨੋ ਨੂੰ ਸਮਝਾਇਆ, ਜੇ ਤੇਰੇ ਭਰਾਵਾਂ ਤੱਕ ਗੱਲ ਚੱਲ ਗਈ ਤਾਂ ਤੈਨੂੰ ਤੇ ਫਿਰੋਜ਼ ਨੂੰ ਜਾਨੋਂ ਮਾਰ ਦੇਣਗੇ। ਸ਼ਾਦੀशुदा ਨਾਲ ਤੇਰੇ ਤਾਲੁਕਾਤ ਨੂੰ ਬਰਦਾਸ਼ਤ ਨਹੀਂ ਕਰਨਗੇ। ਫਿਰੋਜ਼ ਕੁਵਾਰਾ ਹੁੰਦਾ ਤਾਂ ਗੱਲ ਹੋਰ ਸੀ। ਗੁਲਬਾਨੋ ਫਿਰੋਜ਼ ਦੀ ਫੂਫੀ ਨਜ਼ੀਰਾਂ ਦੇ ਕੋਲ ਜਾ ਕੇ ਰੋਈ। ਉਸਨੂੰ ਹੁਣ ਕੁੜੀ ਦੇ ਨਾਲ ਜ਼ਰਾ ਹਮਦਰਦੀ ਵੀ ਹੋਣ ਲੱਗ ਪਈ ਕਿ ਕੁੜੀ ਦਾ ਇਸ਼ਕ ਸੱਚਾ ਹੈ, ਕੁੜੀ ਦਾ ਪਿਆਰ ਸੱਚਾ ਹੈ। ਵੇ ਮੁੰਡਿਆ, ਕੁੜੀ ਦੇ ਨਾਲ ਵਫਾ ਕਰੀ,
ਜੇ ਇਹਦਾ ਹੱਥ ਫੜਿਆ ਹੀ ਤਾਂ ਪਾਰ ਲੰਘਾ, ਨਹੀਂ ਤਾਂ ਅਗਲੀ ਦਰਗਾਹ 'ਚ ਮੂੰਹ ਕਾਲਾ ਹੋਸੀ, ਫੂਫੋ ਨੇ ਫਿਰੋਜ਼ ਨੂੰ ਬੁਲਾ ਕੇ ਸਮਝਾਇਆ। ਅਗਲੇ ਦਿਨ ਫਿਰੋਜ਼ ਤੇ ਗੁਲਬਾਨੋ ਮਿਲੇ ਤਾਂ ਕਾਫੀ ਦੇਰ ਤੱਕ ਗੁਫ਼ਤਗੂ ਹੋਈ। ਤਾਂ ਜ਼ਮਾਨੇ ਦਾ ਮੁਕਾਬਲਾ ਕਰਨ ਲਈ ਘਰੋਂ ਭੱਜਣ ਦਾ ਹੱਲ ਵੀ ਨਜ਼ਰ ਆਇਆ। ਇੱਕੋ ਇੱਕ ਹੱਲ, ਬਦਨਾਮ ਹੋ ਜਾਵਾਂਗੇ। ਜਵਾਨੀ ਦੀ ਬਦਨਾਮੀ ਸਾਰੀ ਉਮਰ ਪਿੱਛਾ ਨਹੀਂ ਛੱਡਦੀ। ਅੱਬੂ ਜਾਨ, ਅੰਮੀ ਦੇ ਭਰਾਵਾਂ ਦੀ ਇੱਜ਼ਤ ਹੈ। ਤੋਬਾ ਤੋਬਾ, ਮੇਰੀ ਥਾਂ ਚਰਚੇ ਹੋਣਗੇ। ਉਹ ਇੰਨੀ ਵੱਡੀ ਉਡਾਰੀ ਲਗਾਉਣ ਤੋਂ ਪਹਿਲਾਂ ਆਪਣੇ ਪਰ ਤੋਲ ਲਈ ਸੀ। ਗੁਲਬਾਨੋ ਨੇ ਡਰ ਕੇ ਕਿਹਾ, ਉਹ ਜਵਾਨੀ ਹੀ ਕੀ ਜਿਸ ਨੇ ਇਸ਼ਕ ਨਾ ਕੀਤਾ, ਤੇ ਇਸ਼ਕ ਹੀ ਕੀ ਜਿਸ ਦਾ ਚਰਚਾ ਨਾ ਹੋਇਆ। ਫਿਰੋਜ਼ ਨੇ ਇਸ ਗੱਲ ਦਾ ਉਹਨੂੰ ਜਵਾਬ ਦਿੱਤਾ। ਇਹਦਾ ਮਤਲਬ ਵੀ ਤੂੰ ਮੈਨੂੰ ਕੱਢ ਕੇ ਹੀ ਲੈ ਕੇ ਜਾਣ ਦਾ ਇਰਾਦਾ ਕਰ ਲਿਆ ਹੈ। ਗੁਲਬਾਨੋ ਨੇ ਉਸਦੇ ਮੱਥੇ ਤੇ ਪੈਂਦੀਆਂ ਜ਼ੁਲਫਾਂ ਦੇ ਨਾਲ ਖੇਡਦੀ ਬੋਲੀ, ਮੈਂ ਤੈਨੂੰ ਆਪਣੇ ਘਰ ਲੈ ਜਾਵਾਂਗਾ, ਹੋਰ ਕਿਤੇ ਨਹੀਂ। ਗੁਲਬਾਨੋ, ਤੂੰ ਤਾਂ ਮੇਰੇ ਘਰ ਹੀ ਜਾਣਾ। ਇੱਕ ਵਾਰੀ ਤੂੰ ਆਪਣਾ ਘਰ ਛੱਡ ਕੇ ਮੇਰੇ ਨਾਲ ਨਿਕਲ ਗਈ ਤਾਂ ਮੇਰੇ ਵਾਲਿदैन ਨੇ ਮਜਬੂਰਨ ਸਾਡੀ ਸ਼ਾਦੀ ਕਰਨੀ ਪਏਗੀ। ਫਿਰੋਜ਼ ਨੇ ਉਹਨੂੰ ਸਮਝਾਇਆ। ਭਲਾ ਉਹ ਮੰਨਣਗੇ ਕਿਉਂ ਨਹੀਂ? ਜਦੋਂ ਤੂੰ ਜਾਵੇਂਗੀ ਤਾਂ ਮੰਨਣਗੇ। ਮੇਰੇ ਚਾਚਾ ਜਾਨ ਨੇ ਵੀ ਤਾਂ 4 ਸ਼ਾਦੀਆਂ ਕੀਤੀਆਂ ਸੂ। ਨਾਲੇ ਇਸਲਾਮ ਦੇ ਵਿੱਚ 4 ਸ਼ਾਦੀਆਂ ਦੀ ਇਜਾਜ਼ਤ ਹੈ। ਤੈਨੂੰ ਵੀ ਉਹੀ ਹੱਕ ਮਿਲਣਗੇ ਜੋ ਸ਼ਕੀਲਾ ਕੋਲ ਹੈ। ਫਿਰੋਜ਼ ਨੇ ਤਸੱਲੀ ਦਿੱਤੀ, ਤੈਨੂੰ ਸ਼ਕੀਲਾ ਤੋਂ ਮੈਂ ਘੱਟ ਨਹੀਂ ਸਮਝਦਾ। ਇੰਨੀ ਕੁ ਗੱਲ ਸੀ। ਤੇ ਦੂਸਰੇ ਦਿਨ ਸਿਖਰ ਦੁਪਹਿਰੇ ਆਪਣੀ ਕਿਸੇ ਸਹੇਲੀ ਦੇ ਘਰ ਕਸੀਦਾ ਕੱਢਣ ਗਈ। ਗੁਲਬਾਨੋ ਘਰ ਪਰਤ ਕੇ ਨਹੀਂ ਆਈ। ਬੁਰਕੇ ਦੇ ਵਿੱਚ ਖੁਦ ਨੂੰ ਛੁਪਾ ਕੇ ਉਹ ਫਿਰੋਜ਼ ਦੇ ਘੋੜੇ ਤੇ ਬੈਠ ਕੇ ਪਿੰਡ ਨੂੰ ਅਲਵਿਦਾ ਗਈ। ਇਹ ਸੋਚ ਕੇ ਕਿ ਛੇਤੀ ਹੀ ਇਹ ਫਿਰੋਜ਼ ਦੇ ਨਾਲ ਸ਼ਾਦੀ ਕਰਕੇ ਸ਼ਾਨੋ ਸ਼ੌਕਤ ਦੇ ਨਾਲ ਪੇਕੇ ਪਿੰਡ ਵਾਪਸ ਆਵੇਗੀ। ਉਹ ਪਿੰਡ ਜੋ ਉਸ ਦੀ ਕੁੰਵਾਰੀ ਮੁਹੱਬਤ ਨੂੰ ਨਜਾਇਜ਼ ਦੱਸ ਰਿਹਾ ਹੈ। ਨਿਕਾਹ ਦੀ ਜਦੋਂ ਮੋਹਰ ਲੱਗ ਗਈ ਤਾਂ ਫਿਰ ਇਹ ਜਾਇਜ਼ ਹੋ ਜਾਏਗਾ। ਦੁਪਹਿਰ ਢਲ ਗਈ। ਫਿਰੋਜ਼ ਦੇ ਨਾਲ ਬੈਠੀ ਗੁਲਬਾਨੋ ਧੁੱਪ ਦੇ ਵਿੱਚ ਕੁਮਲਾ ਗਈ। ਪਿਆਸ ਦੇ ਨਾਲ ਗਲਾ ਸੁੱਕ ਰਿਹਾ ਸੀ। ਫਿਰੋਜ਼ ਦੀ ਪਿੱਠ ਨੂੰ ਚਿੰਬੜ ਗਈ, ਜਿਵੇਂ ਹਵਾ ਦੇ ਵਿੱਚ ਉੱਡ ਰਹੀ ਸੀ ਘੋੜੀ ਉੱਤੇ, ਜਿਵੇਂ ਕੋਈ ਮੈਦਾਨ ਸਰ ਕਰ ਲਿਆ ਹੋਵੇ। ਉਸਦਾ ਪਿਆਰ ਉਸਨੂੰ ਮਿਲ ਗਿਆ ਹੋਵੇ। ਹੋਰ ਚਾਹੀਦਾ ਵੀ ਕੀ ਸੀ? ਜਿਸ ਨੂੰ ਮਹਿਬੂਬ ਮਿਲ ਜਾਵੇ ਫਿਰ ਰੱਬ ਹੀ ਭੁੱਲ ਜਾਂਦਾ। ਭੁੱਖ ਪਿਆਸ ਤਾਂ ਕਿਆ ਚੀਜ਼ ਹੈ? ਉਹ ਤਾਂ ਆਪਣੇ ਬਾਪ ਦੀ ਧਨ ਦੌਲਤ, ਇੱਜ਼ਤ ਤੇ ਪਰਿਵਾਰ ਨੂੰ ਸਭ ਕੁਝ ਭੁਲਾ ਚੁੱਕੀ ਸੀ। ਇੱਕ ਵਾਰ ਵੀ ਨਹੀਂ ਸੋਚਿਆ ਕਿ ਜਵਾਨ ਭੈਣ ਦੇ ਘਰੋਂ ਭੱਜਣ ਤੋਂ ਬਾਅਦ ਗੱਭਰੂ ਭਰਾ ਮੁਆਸ਼ਰੇ ਦੇ ਵਿੱਚ ਕੀ ਮੂੰਹ ਦਿਖਾਣਗੇ। ਉਸਨੂੰ ਤਾਂ ਫਿਰੋਜ਼ ਚਾਹੀਦਾ ਸੀ। ਹਰ ਕੀਮਤ, ਹਰ ਕੁਰਬਾਨੀ ਦੇ ਕੇ ਆਪਣਾ ਪਿਆਰ ਹਾਸਲ ਕਰਨਾ ਚਾਹੁੰਦੀ ਸੀ। ਅੱਜ ਦੁਨੀਆ ਜਹਾਨ ਨੂੰ ਠੁਕਰਾ ਕੇ, ਸ਼ਰਮ ਹਯਾ ਲਾ ਕੇ ਉਹ ਫਿਰੋਜ਼ ਦੇ ਨਾਲ ਆਪਣੀ ਨਵੀਂ ਮੰਜ਼ਿਲ ਦੇ ਵੱਲ ਵੱਧ ਰਹੀ ਸੀ, ਜੋ ਬਸ ਥੋੜੀ ਹੀ ਜਿਹੀ ਦੂਰ ਸੀ, ਜ਼ਿਆਦਾ ਦੂਰ ਨਹੀਂ ਸੀ। ਉਹ ਚਲਦੇ ਗਏ। ਰਸਤੇ ਦੇ ਵਿੱਚ ਰੁਕੇ, ਦੋਹਾਂ ਪਾਣੀ ਪੀਤਾ, ਮੂੰਹ ਤੇ ਠੰਡੇ ਪਾਣੀ ਦੇ ਸਿੱਟੇ ਮਾਰੇ। ਸ਼ਾਮ ਤੈਰ ਰਹੀ ਸੀ। ਗੁਲਬਾਨੋ ਨੇ ਜ਼ਮੀਨ ਤੇ ਬੈਠ ਕੇ ਫਿਰੋਜ਼ ਦਾ ਸਿਰ ਆਪਣੀ ਗੋਦੀ ਦੇ ਵਿੱਚ ਲਿਆ। ਬਾਨੋ, ਜੇ ਇਸ ਵੇਲੇ ਤੇਰੇ ਭਰਾ ਪਿੱਛਾ ਕਰਦੇ ਆ ਜਾਣ ਤਾਂ ਮੇਰੀ ਰਫਲ ਕਿਤੇ ਦਰਖਤ ਤੇ ਨਾ ਤਾਂ ਨਹੀਂ ਟੰਗ ਦੇਵੇਂਗੀ? ਫਿਰੋਜ਼ ਨੇ ਜਿਵੇਂ ਮਜ਼ਾਕ ਦੇ ਵਿੱਚ ਪੁੱਛਿਆ ਹੋਵੇ। ਲੈ, ਬਾਨੋ ਨੇ ਮਜ਼ਾਕ ਦਾ ਜਵਾਬ ਮਜ਼ਾਕ ਦੇ ਵਿੱਚ ਦਿੱਤਾ। ਵੱਡਾ ਆਇਆ ਮਿਰਜ਼ਾ। ਤੂੰ ਕਿੱਧਰ ਦਾ ਮਿਰਜ਼ਾ? ਹੋਰ ਤੂੰ ਤਾਂ ਐਵੇਂ ਹੀ ਤੁਰ ਪਈ ਮੇਰੇ ਨਾਲ। ਜੇ 10 ਆਦਮੀ ਵੀ ਆ ਜਾਣ, ਮੈਂ ਤੇਰੀ ਰਫਲ ਕਿਸੇ ਨੂੰ ਬਚ ਕੇ ਨਹੀਂ ਜਾਣ ਦਿੰਦੀ। ਪਠਾਨ ਹਾਂ ਪਠਾਨ। ਫਿਰੋਜ਼ ਨੇ ਆਪਣਾ ਫਲੌਦੀ ਸੀਨਾ ਉਸਦੇ ਸਾਹਮਣੇ ਨੰਗਾ ਕੀਤਾ। ਸੱਚ ਕਹਾਂ ਪਤਾ, ਮੈਂ ਤੇਰੇ ਨਾਲ ਰਵਾਂ। ਤੇਰੇ ਤੋਂ ਪਹਿਲਾਂ ਮੈਂ ਗੋਲੀ ਖਾਵਾਂਗੀ ਸੀਨੇ ਦੇ ਉੱਤੇ। ਤੂੰ ਤਾਂ ਮੇਰੇ ਲਈ ਮਿਰਜ਼ੇ ਤੋਂ ਵੀ ਕਿਤੇ ਵੱਧ ਹੈ। ਬਸ ਇਸੇ ਤਰ੍ਹਾਂ ਉਹ ਚਲਦੇ ਗਏ। ਦੋਵੇਂ ਦੇਰ ਤੱਕ ਬੈਠੇ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੇ ਖ਼ਾਬ ਵੇਖਦੇ ਰਹੇ। ਵਿਆਹ ਦੇ ਖ਼ਵਾਬ। ਰਾਤ ਉੱਤਰ ਆਈ। ਦੂਰ ਸਰਾਏ ਆਲਮਗੀਰ ਦੇ ਵਿੱਚ ਰੋਸ਼ਨੀਆਂ ਜਗਮਗਾ ਉੱਠੀਆਂ। ਫਿਰੋਜ਼ ਤੇ ਗੁਲਬਾਨੋ ਘੋੜੇ ਤੇ ਸਵਾਰ ਹੋ ਕੇ ਮੁਕਾਮ ਦੇ ਵੱਲ ਵਧੇ। ਹਾਕਮ ਖਾਨ ਦੀ ਹਵੇਲੀ ਦੇ ਵਿੱਚ ਭੁਚਾਲ ਆ ਗਿਆ। ਫਿਰੋਜ਼ ਜਿਵੇਂ ਘੋੜੇ ਉੱਤੇ, ਗੁਲਬਾਨੋ ਨੇ ਨਹੀਂ ਬਲਕਿ ਕੋਈ ਅੱਗ ਲੈ ਕੇ ਆ ਗਿਆ ਹੋਵੇ। ਹਾਕਮ ਖਾਂ ਹਾਜ਼ੀ ਨਮਾਜ਼ੀ ਇਨਸਾਨ ਸੀ। ਭਾਈਚਾਰੇ ਦੇ ਵਿੱਚ ਲੋਕ ਉਹਨਾਂ ਦਾ ਨਾਮ ਬੜੀ ਇੱਜ਼ਤ ਦੇ ਨਾਲ ਲੈਂਦੇ ਸਨ। ਪੁੱਤਰ ਫਿਰੋਜ਼ ਦੀ ਹਰਕਤ ਨੇ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ। ਡਿਊਟੀ ਦੇ ਵਿੱਚ ਵੜਦਿਆਂ ਹੀ ਫਿਰੋਜ਼ ਦਾ ਸਾਹਮਣਾ ਅੱਬਾ ਜਾਨ ਦੇ ਨਾਲ ਹੋ ਗਿਆ। ਗੁਲਬਾਨੋ ਨਕਾਬ ਦੇ ਵਿੱਚ ਮੂੰਹ ਛੁਪਾਈ ਕਿਸੇ ਚੋਰ ਵਾਂਗ ਪੈਰ ਦੱਬੀ ਉਸਦੇ ਪਿੱਛੇ ਆ ਗਈ ਸੀ। ਹਾਕਮ ਖਾਨ ਨੇ ਹੈਰਾਨ ਪਰੇਸ਼ਾਨ ਨਜ਼ਰਾਂ ਦੇ ਨਾਲ ਉਸ ਨਕਾਬ ਵਾਲੀ ਔਰਤ ਦੇ ਵੱਲ ਦੇਖਿਆ। ਫਿਰੋਜ਼ ਨੇ ਹਿੰਮਤ ਕੀਤੀ ਤੇ ਗੁਲਬਾਨੋ ਨੂੰ ਫੜ ਕੇ ਦੀਵਾਨ ਦੇ ਵਿੱਚ ਬਿਠਾ ਦਿੱਤਾ। ਅੱਬਾ ਹਜ਼ੂਰ ਇਹ ਗੁਲਬਾਨੋ ਹੈ। ਮੇਰੇ ਸਹੁਰਿਆਂ ਦੀ ਪਿੰਡ ਦੀ ਹੈ ਤੇ ਉਹਨਾਂ ਦੇ ਪੜੋਸੀ ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਹੈ।
ਫਿਰੋਜ਼ ਨੇ ਜਿਵੇਂ ਕਿਸੇ ਅਦਾਲਤ ਦੇ ਵਿੱਚ ਆਪਣੀ ਅਰਜ਼ੀ ਦਿੱਤੀ ਹੈ। ਹਾਕਮ ਖਾਨ ਦੀ ਜ਼ਰਾ ਹੈਰਾਨੀ ਹੋਰ ਵੱਧ ਗਈ, ਇੱਥੇ ਕੀ ਕਰਨ ਆਈ ਹੋਏ? ਮੇਰੇ ਨਾਲ ਆਈਏ ਅੱਬਾ ਜਾਨ, ਅਸੀਂ ਸ਼ਾਦੀ ਕਰਨਾ ਚਾਹੁੰਦੇ ਹਾਂ। ਮੈਂ ਸਹਿਮਤੀ ਦੇ ਨਾਲ ਇਸ ਨੂੰ ਘਰੋਂ ਭਜਾ ਕੇ ਲਿਆਇਆ। ਫਿਰੋਜ਼ ਨੂੰ ਡਰਦਿਆਂ ਸਾਰੀ ਗੱਲ ਉਸਨੇ ਆਪਣੀ ਗੱਲ ਕਹੀ। ਸ਼ਾਦੀ? ਉਹ ਘਰੋਂ ਉਧਾਲ ਕੇ ਲਿਆਇਆ ਆਪਣੇ ਨਾਲ। ਹਾਕਮ ਖਾਨ ਨੇ ਮੂੰਹ ਦੇ ਵਿੱਚ ਉਂਗਲਾਂ ਪਾ ਲਈਆਂ। ਯਾ ਅੱਲਾ ਕਿਹਾ। ਹਾਕਮ ਖਾਨ ਨੂੰ ਹੁਣ ਹੋਰ ਪੁੱਛਣ ਦੀ ਲੋੜ ਨਹੀਂ ਪਈ ਸੀ, ਉਹ ਸਭ ਕੁਝ ਸਮਝ ਗਏ ਸਨ। ਇਹ ਬੁਰਕੇ ਦੇ ਵਿੱਚ ਲੜਕੀ, ਫਿਰੋਜ਼ ਦਾ ਉੱਡਿਆ ਚਿਹਰਾ, ਗਲ ਪਈ ਰਫਲ ਤੇ ਬਾਹਰ ਖੜਾ ਘੋੜਾ। ਥੋੜਾ ਚਿਰ ਖਾਮੋਸ਼ੀ ਰਹੀ, ਜਿਵੇਂ ਅਦਾਲਤ ਦੇ ਵਿੱਚ ਫੈਸਲਾ ਸੁਣਨ ਵਾਲੇ ਵਰਗੀ ਖਾਮੋਸ਼ੀ ਹੋਵੇ। ਅੱਬਾ ਹਜ਼ੂਰ, ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ। ਨਾਲੇ ਚਾਚਾ ਜਾਨ ਨਦੀਮ ਖਾਨ ਨੇ ਵੀ ਤਾਂ 4 ਸ਼ਾਦੀਆਂ ਕੀਤੀਆਂ ਸੋ ਮੈਨੂੰ ਵੀ ਇਜਾਜ਼ਤ ਦੇ ਦਿਓ। ਇਸਲਾਮ ਦੇ ਵਿੱਚ ਇਜਾਜ਼ਤ ਵੀ ਹੈ। ਫਿਰੋਜ਼ ਨੂੰ ਉਮੀਦ ਸੀ ਕਿ ਅੱਬਾ ਜਾਨ ਉਸ ਦੀਆਂ ਬਾਕੀ ਜ਼ਿੱਦਾਂ ਵਾਂਗ ਵੀ ਇਹ ਮੰਨ ਜਾਣਗੇ। ਖਾਮੋਸ਼, ਬੇਗੈਰਤ ਕਿਸੇ ਥਾਂ ਦਾ, ਗੁਸਤਾਖ ਕਿਸੇ ਥਾਂ ਦਾ। ਹਾਲੇ ਪਿਛਲੇ ਸਾਲ ਤੇਰੀ ਸ਼ਾਦੀ ਹੋਈ ਸੂ, ਅੱਜ ਨਵੀਂ ਲੜਕੀ ਲੈ ਕੇ ਆ ਗਿਆ, ਉਹ ਪੁਰਾਣੀ ਹੋ ਗਈ ਸੂ। ਤੂੰ ਕਿੱਧਰ ਦਾ ਆਲਮ ਬਣ ਗਿਆ ਹੈ? ਚਾਚਾ ਨਦੀਮ ਨੇ ਤੇਰੀ ਔਕਾਤ ਦੀ ਤਰ੍ਹਾਂ ਔਰਤਾਂ ਉਧਾਲ ਕੇ ਨਹੀਂ ਸੀ ਲਿਆਂਦੀਆਂ। ਉਸਦੀ ਹੈਸੀਅਤ ਸੀ, ਰਿਸ਼ਤੇ ਹੋਏ ਸੀ ਉਸਦੇ। ਬੇਸਹਾਰਾ ਔਰਤਾਂ ਨੂੰ ਸਹਾਰਾ ਤੇ ਬਰਾਬਰ ਦੇ ਹਕੂਕ ਦੇਣ ਲਈ ਇਸਲਾਮ ਦੇ ਵਿੱਚ 4 ਸ਼ਾਦੀਆਂ ਦੀ ਇਜਾਜ਼ਤ ਹੈ। ਔਰਤਾਂ ਨੂੰ ਕੱਢ ਕੇ ਲੈ ਕੇ ਆਉਣ ਦੀ ਇਜਾਜ਼ਤ ਨਹੀਂ ਹੈ। ਔਰਤਾਂ ਨੂੰ ਖਿਡੌਣਾ ਬਣਾ ਕੇ ਖੇਡਣਾ ਹਰਗਿਜ਼ ਨਹੀਂ। ਤੇਰੀ ਪਹਿਲੀ ਬੀਵੀ ਦੇ ਵਿੱਚ ਕੀ ਕਮੀ ਹੋ, ਜ਼ਰਾ ਮੈਨੂੰ ਦੱਸ। ਅਸੀਂ ਉਸਦੇ ਹੱਕਾਂ ਦੇ ਉੱਤੇ ਡਾਕਾ ਬਿਲਕੁਲ ਨਹੀਂ ਪੈਣ ਦਿਆਂਗੇ। ਹਾਕਮ ਖਾਨ ਨੇ ਅੱਜ ਤੱਕ ਕਦੇ ਪੁੱਤਰ ਦਾ ਮੂੰਹ ਨਹੀਂ ਸੀ ਮੋੜਿਆ ਸੀ। ਫਿਰੋਜ਼ ਤੋਂ ਉਮੀਦ ਬਿਲਕੁਲ ਨਹੀਂ ਸੀ। ਮੈਂ ਪਿਆਰ ਦੇ ਹੱਥੋਂ ਮਜਬੂਰ ਹਾਂ ਅੱਬਾ ਜਾਨ। ਫਿਰੋਜ਼ ਨੇ ਆਪਣੇ ਪਿਆਰ ਦੀ ਭੀਖ ਮੰਗੀ। ਅੱਬਾ ਜਾਨ ਆਪਣੀ ਗੱਲ ਤੇ ਅੜੇ ਰਹੇ। ਅੱਬਾ ਜਾਨ ਦਾ ਗੁੱਸਾ ਜਿਵੇਂ ਅਸਮਾਨੀ ਚੜ ਗਿਆ ਹੋਵੇ। ਅੱਬਾ ਜਾਨ ਨੇ ਬੰਦੂਕ ਨੂੰ ਜਾ ਹੱਥ ਪਾਇਆ, ਜਿਵੇਂ ਹੁਣੇ ਹੀ ਗੋਲੀ ਕੱਢ ਮਾਰਨ, ਤੇ ਨਾਲ ਦੀ ਨਾਲ ਉਹ ਵੀ ਸਾਹਮਣੇ ਖੜਾ ਰਿਹਾ। ਅੱਬਾ ਜਾਨ ਨੇ ਉਸ ਕੁੜੀ ਨੂੰ ਵੀ ਅਵਾਰਾ ਆਖ ਦਿੱਤਾ ਤੇ ਫਿਰੋਜ਼ ਨੇ ਵੀ ਅੱਬਾ ਜਾਨ ਦੇ ਨਾਲ ਥੋੜੀਆਂ ਗੁਸਤਾਖੀਆਂ ਕਰ ਦਿੱਤੀਆਂ। ਹੁਣ ਅੱਬਾ ਜਾਨ ਦਾ ਪਾਰਾ 7ਵੇਂ ਅਸਮਾਨੀ ਚੜ ਗਿਆ ਜੀ। ਤੇ ਗੁਲਬਾਨੋ ਬੁਰਕੇ ਦੇ ਵਿੱਚ ਪਈ ਖੜੀ ਸਾਰਾ ਕੁਝ ਵੇਖ ਰਹੀ ਸੀ। ਇਹ ਕੀ ਵਾਪਰ ਗਿਆ? ਅੱਬਾ ਜਾਨ, ਇਹ ਵਾਪਸ ਨਹੀਂ ਜਾ ਸਕਦੀ, ਇਹਦੇ ਭਰਾ ਮਾਰ ਦੇਣਗੇ ਇਸ ਨੂੰ, ਰਹਿਮ ਕਰੋ ਇਸ ਤੇ ਅੱਬਾ ਜਾਨ। ਫਿਰੋਜ਼ ਅੱਬੂ ਦੇ ਪੈਰਾਂ ਨੂੰ ਛੂੰਹਦਾ ਹੋਇਆ ਫਿਰ ਗਿੜਗਿੜਾਉਣ ਲੱਗ ਪਿਆ। ਜੇ ਤੂੰ ਇਸ ਨੂੰ ਨਾ ਛੱਡਣ ਗਿਆ ਵਾਪਸ, ਮੈਂ ਤੈਨੂੰ ਗੋਲੀ ਮਾਰ ਦਿਆਂਗਾ। ਫਿਰੋਜ਼ ਦੀ ਮਾਂ ਪਰਦੇ ਪਿੱਛੇ ਖੜੀ ਸਭ ਕੁਝ ਸੁਣ ਰਹੀ ਸੀ, ਪਰ ਸ਼ੌਹਰ ਦੇ ਡਰ ਕਾਰਨ ਸਾਹਮਣੇ ਨਹੀਂ ਸੀ ਆ ਰਹੀ ਤੇ ਰਫਲ ਦੇਖ ਕੇ ਚੀਕ ਮਾਰ ਕੇ ਪੁੱਤਰ ਦੇ ਸਾਹਮਣੇ ਆ ਗਈ। ਰਹਿਮ ਕਰੋ ਮੇਰੇ ਬੱਚੇ ਉੱਤੇ, ਰਹਿਮ ਕਰੋ। ਜਵਾਨੀ ਦੇ ਵਿੱਚ ਗਲਤੀ ਹੋਈ ਜਾਂਦੀ ਹੋ, ਘਰ ਦੇ ਵਿੱਚ ਸਿਆਣੇ ਬੈਠੇ ਸੂ, ਉਹਨਾਂ ਦੀ ਸਲਾਹ ਲਵੋ। ਆਪਣੇ ਭਰਾਵਾਂ ਨੂੰ ਸੱਦ ਲਓ, ਪੁੱਤਰ ਨੂੰ ਜਾਨੋਂ ਕਿਉਂ ਮਾਰਦੇ ਹੋ? ਫਿਰੋਜ਼ ਦੀ ਮਾਂ ਨੇ ਰੋਂਦਿਆਂ ਪੁੱਤ ਦੀ ਜ਼ਿੰਦਗੀ ਮੰਗੀ। ਹਾਕਮ ਖਾਨ ਦਾ ਗੁੱਸਾ ਜ਼ਰਾ ਢਲ ਗਿਆ। ਮਾਂ ਫਿਰੋਜ਼ ਨੂੰ ਅੰਦਰ ਲੈ ਕੇ ਚਲੀ ਗਈ। ਗੁਲਬਾਨੋ ਡਿਊਟੀ ਦੇ ਵਿੱਚ ਬੈਠੀ ਡਰ ਦੇ ਨਾਲ ਕੰਬ ਰਹੀ ਸੀ। ਉਸ ਨੂੰ ਅਜਿਹੇ ਹਾਲਤ ਦੀ ਉਮੀਦ ਬਿਲਕੁਲ ਵੀ ਨਹੀਂ ਸੀ, ਪਰ ਉਹ ਘਬਰਾ ਗਈ। ਉਹ ਕੀ ਕਰ ਬੈਠੀ ਸੀ? ਉਹ ਤਾਂ ਸਾਰਾ ਕੁਝ ਛੱਡ ਆਈ ਸੀ। ਜਵਾਨੀ ਤੇ ਇਸ਼ਕ ਦੇ ਨਸ਼ੇ ਦੇ ਵਿੱਚ ਫਿਰੋਜ਼ ਪਿੱਛੇ ਲੱਗ ਤੁਰੀ ਸੀ ਤੇ ਆਪਣਾ ਅੰਜਾਮ ਵੀ ਨਹੀਂ ਸੀ ਸੋਚਿਆ। ਹਾਕਮ ਖਾਨ ਨੇ ਨੌਕਰ ਭੇਜ ਕੇ ਉਸੇ ਵਕਤ ਕਬੀਲੇ ਦੇ ਅਜ਼ੀਮ ਬੰਦੇ ਸੱਦ ਲਏ ਤੇ ਪੰਚਾਇਤ ਜੁੜ ਗਈ। ਮੇਰਾ ਪੁੱਤਰ ਫਿਰੋਜ਼ ਖਾਨ ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਨੂੰ ਕੱਢ ਕੇ ਲਿਆਇਆ ਸੂ। ਬੇਗੈਰਤ ਨੇ ਖਾਨਦਾਰ ਦੀ ਇੱਜ਼ਤ ਆਬਰੂ ਮਿੱਟੀ ਦੇ ਵਿੱਚ ਰੋਲ ਕੇ ਰੱਖ ਦਿੱਤੀ ਸੂ। ਮੈਂ ਚਾਹੁੰਦਾ ਹੈ ਇਸ ਲੜਕੀ ਨੂੰ ਇਸ ਦੇ ਪਿਓ ਦੇ ਘਰ ਛੇਤੀ ਭੇਜਿਆ ਜਾਵੇ, ਪਰ ਫਿਰੋਜ਼ ਕਹਿੰਦਾ ਇਹਦੇ ਭਰਾ ਇਹਨੂੰ ਮਾਰ ਦੇਣਗੇ। ਤੁਸੀਂ ਫੈਸਲਾ ਕਰੋ ਕਿ ਇਸ ਲੜਕੀ ਨੂੰ ਵਾਪਸ ਕਿਵੇਂ ਭੇਜਿਆ ਜਾਵੇ। ਹਾਕਮ ਖਾਨ ਨੇ ਜੋ ਲੋਕਾਂ ਦੇ ਫੈਸਲੇ ਕਰਦਾ ਸੀ, ਅੱਜ ਖੁਦ ਮੁਜਰਮ ਬਣ ਕੇ ਕਟਹਿਰੇ ਦੇ ਵਿੱਚ ਖੜਾ ਸੀ। ਬਸ ਇਹ ਸਿਲਸਿਲਾ ਚੱਲਦਾ ਗੱਲਾਂ ਅੱਗੇ ਵਧ ਗਈਆਂ। ਬਾਅਦ ਹਾਕਮ ਖਾਨ ਦੇ ਮਰਹੂਮ ਭਰਾ ਨਵਾਜ਼ ਖਾਨ ਨੇ ਪੁੱਤਰ ਅਮੀਰ ਖਾਨ ਨੂੰ ਬੁਲਾਇਆ ਗਿਆ। ਅਮੀਰ ਖਾਨ ਦੀ ਬੀਵੀ ਪਿਛਲੇ ਸਾਲ ਬੱਚੇ ਨੂੰ ਜਨਮ ਦਿੰਦਿਆਂ ਫੌਤ ਹੋ ਗਈ ਸੀ। ਪੰਚਾਇਤ ਦੇ ਵਿੱਚ ਅਮੀਰ ਖਾਨ ਨੂੰ ਫਿਰੋਜ਼ ਤੇ ਗੁਲਬਾਨੋ ਦੀ ਕਹਾਣੀ ਸੁਣਾਈ ਗਈ। ਉਸ ਸਾਹਮਣੇ ਗੁਲਬਾਨੋ ਦੇ ਨਾਲ ਨਿਕਾਹ ਕਰ ਲੈਣ ਦੀ ਤਜਵੀਜ਼ ਵੀ ਰੱਖੀ ਗਈ। ਅੱਜ ਅਮੀਰ ਖਾਨ ਜੋ ਸੰਜੀਦਾ ਕਿਸਮ ਦੀ ਇੱਕ ਠਹਿਰੀ ਹੋਈ ਤਬੀਅਤ ਦਾ ਮਾਲਕ ਸੀ, ਆਪਣੀ ਬੀਵੀ ਦੇ ਗਮ ਨੂੰ ਭੁੱਲਿਆ ਨਹੀਂ ਸੀ, ਪਰ ਜ਼ਿੰਦਗੀ ਇਕੱਲਿਆਂ ਵੀ ਪਹਾੜ ਵਾਂਗ ਲੱਗਦੀ ਸੀ ਉਸਨੂੰ। ਪਰ ਇਹ ਲੜਕੀ ਫਿਰੋਜ਼ ਦੇ ਇਸ਼ਕ ਦੇ ਵਿੱਚ ਆਪਣੇ ਮਾਪਿਆਂ ਭੈਣਾਂ ਭਰਾਵਾਂ ਨੂੰ ਛੱਡ ਕੇ ਆਈ। ਹੁਣ ਪਿਆਰ ਇਹ ਫਿਰੋਜ਼ ਨੂੰ ਕਰਦੀ ਹੈ ਤੇ ਉਮਰ ਪਰ ਕਰਦੀ ਵੀ ਰਹੇਗੀ।
ਤੇ ਫਿਰ ਉਹਨੇ ਕਿਹਾ ਕਿ ਮੇਰੇ ਨਾਲ ਸ਼ਾਦੀ ਤੋਂ ਬਾਅਦ ਇਹਨਾਂ ਦੀ ਆਸ਼ਕੀ ਤਾਂ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ, ਇਸ ਲਈ ਮੈਂ ਖਤਰਾ ਨਹੀਂ ਸਹੇੜ ਸਕਦਾ। ਬੀਵੀ ਮੇਰੀ ਹੋਵੇ ਤੇ ਇਸ਼ਕ ਮੇਰੇ ਭਰਾ ਨੂੰ ਕਰੇ, ਮੈਨੂੰ ਗਵਾਰਾ ਨਹੀਂ। ਅਮੀਰ ਖਾਨ ਨੇ ਬਿਨਾਂ ਕਿਸੇ ਲਾਗ ਲਪੇਟ ਤੋਂ ਆਪਣੇ ਦਿਲ ਦੀ ਗੱਲ ਆਖੀ। ਬੇਸ਼ੱਕ ਪੰਚਾਇਤ ਨੇ ਫੈਸਲਾ ਕਰਤਾ ਸੀ ਕਿ ਇਹਦਾ ਵਿਆਹ ਉਹਦੇ ਨਾਲ ਕੀਤਾ ਜਾਏਗਾ, ਪਰ ਅਮੀਰ ਖਾਨ ਸਾਫ਼ ਹੀ ਮੁੱਕਰ ਗਿਆ। ਉਹਦੇ ਕੋਲ ਜਾਇਜ਼ ਵਜ੍ਹਾ ਸੀ। ਇਹਨੂੰ ਤੂੰ ਸਾਡੇ ਤੇ ਛੱਡ ਦੇ ਅਮੀਰ ਖਾਨ, ਇਹ ਬੀਵੀ ਤੇਰੀ ਹੀ ਹੋਏਗੀ, ਤੂੰ ਘਬਰਾ ਨਾ। ਕਿਸੇ ਦੀ ਕੋਈ ਮਜ਼ਾਲ ਨਹੀਂ ਹੈ, ਚਾਹੇ ਉਹ ਫਿਰੋਜ਼ ਹੋਵੇ ਜਾਂ ਕੋਈ ਹੋਵੇ, ਕਿ ਵਿਆਹ ਤੇਰੇ ਨਾਲ ਹੋਵੇ ਤੇ ਇਹ ਤੇਰੀ ਬੀਵੀ ਨੂੰ ਤੱਕੇ। ਜੇ ਇਹਨੂੰ ਵਾਪਸ ਭੇਜਿਆ ਤਾਂ ਇਹਦੇ ਪਿਓ ਨੇ, ਇਹਦੇ ਭਰਾਵਾਂ ਨੇ ਇਹਨੂੰ ਮਾਰ ਛੱਡਣਾ। ਸੋ ਇਸ ਕਰਕੇ ਅਮੀਰ ਖਾਨ ਦੇ ਨਾਲ ਇਸ ਦਾ ਵਿਆਹ ਕਰ ਦੇਣਾ ਹੀ ਉਚਿਤ ਹੋਏਗਾ। ਤੇ ਫੈਸਲਾ ਹੋ ਗਿਆ। ਅਮੀਰ ਖਾਨ ਵੀ ਮੰਨ ਗਿਆ। ਗੁਲਬਾਨੋ ਸਾਰਾ ਕੁਝ ਬੈਠੀ, ਜਿਵੇਂ ਪੱਥਰ ਇੱਕ ਕੋਨੇ ਦੇ ਵਿੱਚ ਪਿਆ ਹੁੰਦਾ ਹੈ, ਉਹ ਸਾਰਾ ਕੁਝ ਬੈਠੀ ਸੁਣ ਰਹੀ ਸੀ, ਤੱਕ ਰਹੀ ਸੀ, ਬਿਨਾਂ ਕੁਝ ਬੋਲਿਆ। ਔਰ ਫੈਸਲਾ ਉਸ ਦੀ ਜ਼ਿੰਦਗੀ ਦਾ ਹੋਣਾ ਸੀ। ਫਿਰ ਕੀ ਹੋਣਾ ਸੀ? ਗੁਲਬਾਨੋ ਉੱਥੇ ਬੈਠੀ ਰਹੀ। ਅਮੀਰ ਖਾਨ ਨੂੰ ਮਨਾ ਲਿਆ ਗਿਆ। ਫਿਰੋਜ਼ ਕਿਤੇ ਤਿੱਤਰ ਬਿੱਤਰ ਹੋ ਗਿਆ, ਜੋ ਉਸ ਨੂੰ ਲੈ ਕੇ ਆਇਆ ਸੀ ਉਧਾਲ ਕੇ, ਤੇ ਗੁਲਬਾਨੋ ਦਾ ਹੁਣ ਅਮੀਰ ਖਾਨ ਦੇ ਨਾਲ ਨਿਕਾਹ ਕਰ ਦਿੱਤਾ ਗਿਆ। ਇਹ ਹੋ ਗਿਆ ਉਸ ਦੀ ਜ਼ਿੰਦਗੀ ਦਾ ਇੱਕ ਅਹਿਮ ਫੈਸਲਾ। ਫਿਰੋਜ਼ ਉਸ ਨੂੰ ਵਾਪਸ ਨਾ ਮਿਲਿਆ। ਫਿਰੋਜ਼ ਤੱਕ ਕਿਤੇ ਦੌੜ ਗਿਆ। ਫਿਰੋਜ਼ ਆਪਣੇ ਵਾਅਦੇ ਤੋਂ ਮੁੱਕਰ ਗਿਆ। ਅੱਬਾ ਹਜ਼ੂਰ ਦੇ ਸਾਹਮਣੇ ਫਿਰੋਜ਼ ਦੀ ਗੱਲ ਕੋਈ ਨਾ ਚੱਲੀ। ਅਮੀਰ ਖਾਨ ਨੂੰ ਵੀ ਤਸੱਲੀ ਕਰਵਾ ਦਿੱਤੀ ਗਈ, ਉਹ ਇੱਕ ਸ਼ਰਾਫਤ ਦਾ ਪੁਤਲਾ ਸ਼ਖਸ ਸੀ। ਪਰ ਗੁਲਬਾਨੋ ਵਾਸਤੇ ਫਿਰੋਜ਼ ਇੱਕ ਉੱਚਾ ਲੰਮਾ ਲਮਸਮ ਲੰਮਾ ਗੱਭਰੂ ਸੋਹਣਾ ਤੇ ਕਿੱਥੋਂ ਅਮੀਰ ਖਾਨ ਇੱਕ ਅਧਖੜ ਜਿਹਾ ਸ਼ਖਸ। ਉਹ ਉਸ ਨੂੰ ਕਦੀ ਅਪਣਾ ਹੀ ਨਾ ਸਕੀ। ਪਹਿਲੇ ਹੀ ਦਿਨ ਉਹ ਉੱਚੀ ਉੱਚੀ ਧਾਹਾਂ ਮਾਰ ਕੇ ਆਪਣੇ ਕਮਰੇ ਦੇ ਵਿੱਚ ਰੋਣ ਲੱਗ ਪਈ। ਅਮੀਰ ਖਾਨ ਘਬਰਾਉਣ ਤਾਂ ਲੱਗਿਆ, ਪਰ ਉਸਨੇ ਗੁਲਬਾਨੋ ਨੂੰ ਤਸੱਲੀ ਦਿੱਤੀ ਕਿ ਇਹ ਉਸਦਾ ਆਪਣਾ ਘਰ ਹੈ। ਅਮੀਰ ਖਾਨ ਇੱਕ ਸ਼ਰਾਫਤ ਭਰਿਆ ਸ਼ਖਸ ਸੀ। ਉਸਨੇ ਕਿਹਾ ਜਦੋਂ ਤੱਕ ਉਹ ਉਸ ਨੂੰ ਅਪਣਾ ਨਹੀਂ ਲਏਗੀ, ਉਹ ਉਸ ਨੂੰ ਹੱਥ ਤੱਕ ਵੀ ਨਹੀਂ ਲਾਏਗਾ। ਅਮੀਰ ਖਾਨ ਆਪਣੇ ਵਾਅਦੇ ਦਾ ਪੱਕਾ ਸੀ, ਪਰ ਗੁਲਬਾਨੋ ਨੇ ਅਮੀਰ ਖਾਨ ਨੂੰ ਕਦੀ ਵੀ ਅਪਣਾਇਆ ਨਹੀਂ। ਇਸ ਤਰ੍ਹਾਂ ਜ਼ਿੰਦਗੀ ਚੱਲਦੀ ਗਈ। ਦਿਨ ਬੀਤਣੇ ਸ਼ੁਰੂ ਹੋਏ। ਗੁਲਬਾਨੋ ਦੀ ਉਦਾਸੀ ਨਾ ਟੁੱਟੀ। ਉਹ ਆਪਣੇ ਕਮਰੇ ਦੇ ਵਿੱਚੋਂ ਬਾਹਰ ਨਾ ਨਿਕਲਦੀ। ਹਾਰ ਸ਼ਿੰਗਾਰ ਸਭ ਕੁਝ ਉਹ ਛੱਡ ਗਈ। ਫੁੱਲ ਵਰਗਾ ਚਿਹਰਾ ਮੁਰਝਾ ਗਿਆ। ਜ਼ੁਲਫਾਂ ਦੇ ਪੇਚ ਢਿੱਲੇ ਜਿਹੇ ਪੈ ਗਏ। ਅੱਖਾਂ ਨੂੰ ਸੁਰਮਾ ਤਰਸ ਗਈਆਂ। ਪਰੀਆਂ ਵਰਗੀ ਸ਼ਕਲ ਤੇ ਮਾਯੂਸੀ ਛਾ ਗਈ। ਹੋਂਠ ਮੁਸਕਰਾਹਟ ਭੁੱਲ ਗਏ। ਬੁਲਬੁਲ ਨੇ ਚਹਿਕਣਾ ਛੱਡ ਦਿੱਤਾ। ਸਭ ਸ਼ੌਕੀਆਂ ਗਾਇਬ ਹੋ ਗਈਆਂ। ਸੰਜੀਦਗੀ ਆ ਗਈ। ਗੁਲਬਾਨੋ ਪਹਿਲਾਂ ਵਾਲੀ ਗੁਲਬਾਨੋ ਨਹੀਂ ਰਹੀ। ਅਮੀਰ ਖਾਨ ਨੇ ਵੀ ਉਸ ਨੂੰ ਮੁੜ ਬੁਲਾਉਣ ਦੀ ਕੋਸ਼ਿਸ਼ ਨਾ ਕੀਤੀ। ਉਹ ਨੌਕਰਾਂ ਤੋਂ ਆਪਣਾ ਕੰਮ ਕਰਵਾਉਂਦਾ, ਗੁਲਬਾਨੋ ਦਾ ਖਿਆਲ ਰੱਖਣ ਲਈ ਹਦਾਇਤਾਂ ਕਰਦਾ ਤੇ ਉਸ ਦੀ ਜ਼ਰੂਰਤ ਦੀ ਹਰ ਚੀਜ਼ ਵਕਤ ਤੋਂ ਪਹਿਲਾਂ ਹਾਜ਼ਰ ਕਰਵਾਉਂਦਾ। ਉਹ ਇੱਕ ਭਲਾ ਇਨਸਾਨ ਸੀ। ਨੌਕਰ ਸਭ ਸਮਝਦੇ ਸਨ, ਪਰ ਹਵੇਲੀ ਦੀ ਕੋਈ ਗੱਲ ਤੇ ਭੇਤ ਕਦੇ ਬਾਹਰ ਨਹੀਂ ਗਏ ਸਨ। ਕਿਸੇ ਨੂੰ ਨਹੀਂ ਸੀ ਪਤਾ ਸੀ ਕਿ ਇਸ ਹਵੇਲੀ ਦੀ ਚਾਰ ਦੀਵਾਰੀ ਦੇ ਅੰਦਰ ਕੀ ਕਹਾਣੀ ਚੱਲ ਰਹੀ ਹੈ। ਅਮੀਰ ਖਾਨ ਕੋਸ਼ਿਸ਼ ਕਰਦਾ ਕਿ ਉਸ ਨੂੰ ਖੁਸ਼ ਕਰ ਸਕੇ। ਹਾਂ, ਜੇ ਉਹ ਨਹੀਂ ਖੁਸ਼ ਹੁੰਦੀ ਤਾਂ ਫਿਰ ਉਹ ਚੁੱਪ ਰਹਿੰਦਾ। ਇਸ ਘਰ ਦੇ ਵਿੱਚ ਉਹੀ ਹੋਵੇਗਾ ਜੋ ਮਾਲਕਣ ਚਾਹੇਗੀ, ਇਹ ਅਮੀਰ ਆਪਣੇ ਨੌਕਰਾਂ ਨੂੰ ਆਖਦਾ। ਸਾਰੇ ਸਕੇ ਸੰਬੰਧੀਆਂ ਦੇ ਨਾਲ ਰਿਸ਼ਤੇ ਵੀ ਤੋੜ ਦਿੱਤੇ ਸਨ, ਕਿਉਂਕਿ ਹੁਣ ਨਾ ਉਸਦੇ ਘਰ ਕੋਈ ਆਉਂਦਾ ਸੀ ਤੇ ਨਾ ਹੀ ਘਰੋਂ ਬਾਹਰ ਕੋਈ ਜਾਂਦਾ ਸੀ, ਕਿਉਂਕਿ ਗੁਲਬਾਨੋ ਨਹੀਂ ਸੀ ਚਾਹੁੰਦੀ ਕਿਸੇ ਨੂੰ ਮਿਲਣਾ। ਉਸਦੇ ਸਾਰੇ ਰਿਸ਼ਤੇ ਟੁੱਟ ਗਏ ਤੇ ਉੱਤੋਂ ਅਮੀਰ ਖਾਨ ਦੇ ਨਾਲ ਵੀ ਗੁਲਬਾਨੋ ਦੀ ਕੋਈ ਗੁਫ਼ਤਗੂ ਨਹੀਂ ਸੀ, ਨਾ ਜ਼ੁਬਾਨੀ ਨਾ ਕਲਾਮੀ। ਅਮੀਰ ਖਾਨ ਸ਼ਾਮ ਨੂੰ ਘਰ ਆਉਂਦਾ ਤਾਂ ਉਹ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ। ਉਹ ਖਾਣਾ ਖਾਣ ਤੋਂ ਬਾਅਦ ਡਿਊਟੀ ਦੇ ਵਿੱਚ ਬੈਠ ਜਾਂਦਾ। ਜੇ ਬਾਹਰੋਂ ਕੋਈ ਮਿਲਣ ਆ ਜਾਂਦਾ ਤਾਂ ਗੱਲਾਂ ਬਾਤਾਂ ਕਰਦਾ, ਵਰਨਾ ਹਨੇਰੇ ਦੇ ਵਿੱਚ ਖਾਮੋਸ਼ ਅੱਖਾਂ ਮੀਚ ਕੁਰਸੀ ਤੇ ਬੈਠਾ ਰਹਿੰਦਾ। ਦੋ ਖਾਮੋਸ਼ ਜ਼ਿੰਦਗੀਆਂ ਇਸ ਉੱਚੀ ਹਵੇਲੀ ਦੇ ਅੰਦਰ ਕੈਦ ਹੋ ਗਈਆਂ। ਅਮੀਰ ਖਾਨ ਚੁੱਪ ਸੀ। ਆਪਣੇ ਵਾਅਦੇ ਮੁਤਾਬਕ ਉਸਨੇ ਗੁਲਬਾਨੋ ਨੂੰ ਕਦੀ ਉੱਚੀ ਆਵਾਜ਼ ਦੇ ਵਿੱਚ ਗੱਲ ਨਾ ਕੀਤੀ, ਕਦੀ ਛੋਇਆ ਤੱਕ ਨਾ। ਤੇ ਉਧਰ ਗੁਲਬਾਨੋ ਵੀ ਪੁਰਾਣੇ ਸਮੇਂ ਨੂੰ ਯਾਦ ਕਰਦੀ, ਆਪਣੇ ਭਰਾਵਾਂ ਨੂੰ, ਆਪਣੀ ਅੰਮੀ ਨੂੰ, ਆਪਣੇ ਅੱਬਾ ਹਜ਼ੂਰ ਨੂੰ, ਤੇ ਨਾਲ ਉਸ ਧੋਖੇਬਾਜ਼ ਫਿਰੋਜ਼ ਨੂੰ। ਮੁੜ ਕਦੀ ਵੀ ਆਪਣਾ ਚਿਹਰਾ ਨਹੀਂ ਉਸਨੇ ਵਿਖਾਇਆ ਤੇ ਗੁਲਬਾਨੋ ਉਸਦਾ ਚਿਹਰਾ ਹੁਣ ਵੇਖਣਾ ਵੀ ਨਹੀਂ ਸੀ ਚਾਹੁੰਦੀ, ਕਿਉਂਕਿ ਇਸ ਦਲਦਲ ਦੇ ਵਿੱਚ, ਇਸ ਨਰਕ ਦੇ ਵਿੱਚ, ਇਸ ਚਾਰ ਦੀਵਾਰੀ ਹਵੇਲੀ ਦੇ ਵਿੱਚ ਤੱਕਣ ਵਾਲਾ ਉਹ ਫਿਰੋਜ਼ ਹੀ ਸੀ। ਸਮਾਂ ਬੀਤਦਾ ਗਿਆ। ਉਮਰਾਂ ਢਲਣੀਆਂ ਵੀ ਸ਼ੁਰੂ ਹੋ ਗਈਆਂ। ਹੁਣ ਅਮੀਰ ਖਾਨ ਦੀ ਤਬੀਅਤ ਵੀ ਕੁਝ ਨਾਸਾਜ਼ ਹੋ ਗਈ। ਉਹ ਪਹਿਲਾਂ ਵਰਗਾ ਤੰਦਰੁਸਤ ਬੰਦਾ ਨਹੀਂ ਸੀ ਰਿਹਾ। ਕਾਰੋਬਾਰੀ ਬੰਦਾ ਸੀ, ਘੁੰਮਦਾ ਫਿਰਦਾ ਰਹਿੰਦਾ ਸੀ, ਤੇ ਹੁਣ ਜ਼ਰਾ ਬਿਮਾਰ ਹੋ ਗਿਆ। ਇੱਕ ਦਿਨ ਉਹ ਕਾਫੀ ਬਿਮਾਰ, ਤੇ ਜਿਵੇਂ ਉਸ ਦਿਨ ਗੁਲਬਾਨੋ ਨੂੰ ਪਹਿਲੀ ਵਾਰੀ ਅਮੀਰ ਖਾਨ ਦਾ ਖਿਆਲ ਆਇਆ ਹੋਵੇ।
ਜਿਵੇਂ ਉਸ ਨੂੰ ਲੱਗਿਆ ਹੋਵੇ ਇੱਕ ਸ਼ਰੀਫ ਇਨਸਾਨ ਨੂੰ, ਇੱਕ ਨੇਕ ਇਨਸਾਨ ਨੂੰ ਅੱਜ ਦਵਾ ਦਾਰੂ ਦੀ ਜ਼ਰੂਰਤ ਹੈ, ਕਿਸੇ ਦੇ ਕੋਮਲ ਹੱਥਾਂ ਦੇ ਸ਼ੋਹ ਦੀ ਜ਼ਰੂਰਤ ਹੈ। ਸ਼ਾਇਦ ਅੱਜ ਅਮੀਰ ਖਾਨ ਨੂੰ ਗੁਲਬਾਨੋ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਨੌਕਰਾਂ ਦੀ ਨਹੀਂ। ਉਸ ਨੂੰ ਪਹਿਲੀ ਵਾਰੀ ਅਹਿਸਾਸ ਹੋਇਆ। ਨੌਕਰਾਂ ਦੇ ਕੋਲੋਂ ਸਭ ਕੁਝ ਫੜ ਕੇ ਉਹ ਆਪ ਚਲੀ ਗਈ। ਇਹ ਪਹਿਲੀ ਵਾਰੀ ਹੋਇਆ ਔਰ ਅਮੀਰ ਖਾਨ ਨੇ ਹੈਰਾਨ ਹੁੰਦਿਆਂ ਜ਼ਰਾ ਪਿੱਛੇ ਦੇਖਿਆ। ਜਦੋਂ ਦਵਾਈ, ਦੁੱਧ, ਤਾਂ ਜਿਵੇਂ ਯਕੀਨ ਨਾ ਆਇਆ ਹੋਵੇ, ਜਿਵੇਂ ਕੋਈ ਖ਼ਾਬ ਵੇਖ ਰਿਹਾ ਹੋਵੇ। ਪਿੱਛੇ ਨੌਕਰਾਂ ਦੀ ਬਜਾਏ ਗੁਲਬਾਨੋ ਸਫੈਦ ਲਿਬਾਸ ਦੇ ਵਿੱਚ ਬੇਪਰਦਾ ਸਾਹਮਣੇ ਖੜੀ ਸੀ, ਜਿਵੇਂ ਚਿੱਟੇ ਬੱਦਲਾਂ ਦੇ ਵਿੱਚੋਂ ਕੋਈ ਪਰੀ ਛੱਤ ਉੱਤੇ ਉਤਰ ਆਈ ਹੋਵੇ, ਜਾਂ ਜੇਲਮ ਤੇ ਠਾਠਾ ਮਾਰਦੇ ਪਾਣੀ ਦੀ ਕੋਈ ਛਲ ਔਰਤ ਦੀ ਸੂਰਤ ਵਿੱਚ ਉਸ ਨੂੰ ਮੁਖਾਤਿਬ ਹੋ ਗਈ ਹੋਵੇ। ਉਹ ਤਾਂ ਗੁਲਬਾਨੋ ਦੇ ਵੱਲ ਵੇਖਦਾ ਹੀ ਰਹਿ ਗਿਆ। ਤੁਸਾਂ ਦੀ ਦਵਾਈ ਲੈ ਕੇ ਆਈ ਹੈ ਖਾਨ ਸਾਹਿਬ? ਗੁਲਬਾਨੋ ਨੇ ਬਨੇਰੇ ਤੋਂ ਪਿਆਲਾ ਚੁੱਕ ਕੇ ਕਿਹਾ ਤੇ ਅਮੀਰ ਜਿਵੇਂ ਨੀਂਦ ਦੇ ਵਿੱਚੋਂ ਜਾਗਿਆ। ਉਹ ਤੁਹਾਨੂੰ ਤਕੱਲਫ ਕਰਨ ਦੀ ਕੀ ਲੋੜ ਸੀ? ਘਰ ਦੇ ਵਿੱਚ ਨੌਕਰ ਨੇ। ਮੈਨੂੰ ਇਲਮ ਹੈ, ਪਰ ਮੈਨੂੰ ਅੱਜ ਲੱਗਾ ਖਾਨ ਸਾਹਿਬ, ਅੱਜ ਤੁਸਾਂ ਨੂੰ ਮੇਰੀ ਜ਼ਰੂਰਤ ਹੈ। ਅੱਜ ਤੁਸਾਂ ਨੂੰ ਮੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਖਾਨ ਸਾਹਿਬ। ਗੁਲਬਾਨੋ ਨੇ ਜਵਾਬ ਦਿੱਤਾ ਤੇ ਅਮੀਰ ਨੂੰ ਆਪਣੇ ਕੰਨਾਂ ਦੇ ਉੱਤੇ ਯਕੀਨ ਨਹੀਂ ਸੀ ਆਇਆ। ਮਿਹਰਬਾਨੀ, ਮਿਹਰਬਾਨੀ ਜੀ, ਆਖ ਉਸਨੇ ਦਵਾਈ ਗੁਲਬਾਨੋ ਦੇ ਕੋਲੋਂ ਫੜ ਲਈ। ਗੁਲਬਾਨੋ ਨੇ ਦੁਆ ਮੰਗੀ, ਖੁਦਾ ਕਰੇ ਤੁਹਾਡੀ ਸਿਹਤ ਜਲਦੀ ਠੀਕ ਹੋ ਜਾਏ ਖਾਨ ਸਾਹਿਬ, ਤੁਸੀਂ ਜਲਦੀ ਠੀਕ ਹੋ ਜਾਓ ਇਨਸ਼ਾਅੱਲਾ। ਤੁਸੀਂ ਆਪਣੇ ਹੱਥਾਂ ਦੇ ਨਾਲ ਦਵਾਈ ਪਿਲਾਈਏ ਤਾਂ ਜ਼ਰੂਰ ਅਸਰ ਕਰੇਗੀ ਜੀ, ਅਮੀਰ ਨੇ ਜਵਾਬ ਦਿੱਤਾ ਤੇ ਗੁਲਬਾਨੋ ਦੇ ਚਿਹਰੇ ਉੱਤੇ ਗੁਲਾਬੀ ਰੰਗ ਫਿਰ ਗਿਆ। ਥੋੜੀ ਦੇਰ ਉਹ ਦੋਵੇਂ ਖਾਮੋਸ਼ ਰਹੇ। ਬੜਾ ਸ਼ਾਂਤ ਮਾਹੌਲ ਸੀ। ਜੇਲਮ ਦੇ ਦਰਿਆ ਦੇ ਪਾਣੀ ਦੀ ਆਵਾਜ਼ ਤੋਂ ਬਗੈਰ ਹੋਰ ਕੋਈ ਦੂਸਰੀ ਆਵਾਜ਼ ਨਹੀਂ ਸੀ ਆ ਰਹੀ। ਜੇਲਮ ਵਿੱਚ ਤੂਫਾਨ ਆਇਆ ਹੋਇਆ ਹੈ। ਅਮੀਰ ਦੇ ਦਿਲ ਦੇ ਦਰਿਆ ਦੇ ਵਿੱਚ ਵੀ ਇਸ ਵੇਲੇ ਤੂਫਾਨ ਸੀ। ਗੁਲਬਾਨੋ ਦੇ ਦਿਲ ਦੇ ਦਰਿਆ ਦੇ ਵਿੱਚ ਵੀ ਅੱਜ ਸਾਲਾਂ ਬਾਅਦ ਦੁਬਾਰਾ ਤੂਫਾਨ ਆਇਆ ਸੀ। ਮੈਂ ਔਰਤ ਸਮਝਦੀ ਹੈ ਸਾਰਾ ਕੁਝ। ਮੇਰਾ ਫਰਜ਼ ਹੈ ਕਿ ਜਿਸ ਘਰ ਨੇ ਮੈਨੂੰ ਪਨਾਹ ਦਿੱਤੀ ਹੈ ਉਸ ਨੂੰ ਰੋਸ਼ਨੀ ਦੇਵਾਂ। ਔਰਤ ਮਰਦ ਨੂੰ ਸਿਰਫ ਜਿਸਮਾਨੀ ਸੁੱਖ ਨਹੀਂ ਦਿੰਦੀ, ਉਹਨੂੰ ਬਾਪ ਦਾ ਰੁਤਬਾ ਵੀ ਬਖਸ਼ਦੀ ਹੈ, ਵਰਨਾ ਜ਼ਮਾਨਾ ਮਰਦ ਨੂੰ ਨਾਮਰਦ ਦੱਸਦਾ ਹੈ। ਗੁਲਬਾਨੋ ਤੋਂ ਇੰਨੀ ਸੰਜੀਦਗੀ ਦੀ ਅਮੀਰ ਨੂੰ ਆਸ ਨਹੀਂ ਸੀ ਕਿ ਉਹ ਇਸ ਕਦਰ ਗੱਲ ਵੀ ਕਰੇਗੀ। ਇੰਨੀ ਦਲੇਰੀ ਅਮੀਰ ਖਾਨ ਨੇ ਆਪ ਮੁਹਾਰੇ ਉਹਦੇ ਮੂੰਹ ਵਿੱਚੋਂ ਇਹ ਗੱਲ ਨਿਕਲ ਗਈ। ਗੁਲਬਾਨੋ ਤੂੰ ਤਾਂ ਬੜੀ ਦਲੇਰ ਹੈ। ਖਾਨ ਸਾਹਿਬ, ਦਲੇਰ ਔਰਤਾਂ ਦਲੇਰ ਮਰਦਾਂ ਨੂੰ ਹੀ ਰੂਹ ਦਾ ਹਾਣੀ ਸਮਝਦੀਆਂ ਨੇ, ਭਗੌੜਿਆਂ ਨੂੰ ਨਹੀਂ, ਫਿਰੋਜ਼ ਵਰਗੇ ਭਗੌੜਿਆਂ ਨੂੰ ਨਹੀਂ। ਤੁਸੀਂ ਦਲੇਰ ਹੋ, ਤੁਸੀਂ ਸਮਝਦਾਰ ਹੋ, ਤੁਸੀਂ ਹੀ ਇਸ ਪਿਆਰ ਦੇ ਹੱਕਦਾਰ ਹੋ। ਉਹਨੇ ਨਫ਼ਰਤ ਦੇ ਨਾਲ ਫਿਰੋਜ਼ ਬਾਰੇ ਤਾਨਾ ਕੱਸ ਕੇ ਗੱਲ ਕੀਤੀ ਤੇ ਅਮੀਰ ਨੂੰ ਕੋਈ ਜਵਾਬ ਵੀ ਨਾ ਸੁਝਿਆ। ਮੇਰੀਆਂ ਗੁਸਤਾਖੀਆਂ ਮੈਨੂੰ ਮਾਫ ਕਰ ਦਿਓ ਖਾਨ ਸਾਹਿਬ, ਮੈਂ ਗੁੰਮਰਾਹ ਹੋ ਗਈ ਸਾਂ, ਮੈਂ ਉਦਾਸ ਹੋ ਗਈ ਸਾਂ। ਆਪਣੇ ਹੀ ਦੁੱਖ ਦੇ ਵਿੱਚ ਤੁਹਾਨੂੰ ਬੜਾ ਦੁੱਖ ਦਿੱਤਾ ਹੈ। ਤੁਸੀਂ ਤਾਂ ਬੜੇ ਨੇਕ ਇਨਸਾਨ ਹੋ। ਗੁਨਾਹਗਾਰ ਹਾਂ, ਤੁਹਾਡੀ ਗੁਲਬਾਨੋ ਦਾ ਵੀ ਗਲਾ ਭਰਾ ਹੈ। ਪਗਲੀਏ, ਗੁਨਾਹਗਾਰ ਤੂੰ ਥੋੜਾ ਹੈ, ਉਹ ਤਾਂ ਮੈਂ। ਬਗੈਰ ਤੇਰੇ ਜਜ਼ਬਾਤਾਂ ਨੂੰ ਸਮਝਦਿਆਂ ਕਿਸੇ ਭੁੱਖੇ ਜਾਨਵਰ ਵਾਂਗ ਮੈਂ ਤੇਰੇ ਗੋਸ਼ਤ ਉੱਤੇ ਟੁੱਟ ਪਿਆ ਸੀ। ਤੈਨੂੰ ਕੀ ਪਤਾ ਹੈ ਮੈਂ ਕਿੰਨਾ ਸ਼ਰਮਿੰਦਾ। ਅਮੀਰ ਸੱਚਮੁੱਚ ਅੰਦਰੋਂ ਸ਼ਰਮਸਾਰ ਹੋ ਗਿਆ ਸੀ ਤੇ ਹਿੰਮਤ ਨਹੀਂ ਸੀ ਉਸਦੀ ਪੈ ਰਹੀ ਕਿ ਅੱਖਾਂ ਦੇ ਵਿੱਚ ਅੱਖਾਂ ਪਾ ਸਕੇ, ਉਸਦੇ ਨਾਲ ਗੱਲ ਕਰ ਸਕੇ। ਜਿਵੇਂ ਅੱਜ ਕਈ ਸਾਲਾਂ ਬਾਅਦ ਗੁਲਬਾਨੋ ਨੂੰ ਦੁਬਾਰਾ ਇਸ਼ਕ ਹੋਇਆ ਹੋਵੇ। ਅਮੀਰ ਖਾਨ ਦੀ ਹਵੇਲੀ ਦੇ ਵਿੱਚ ਮੁੜ ਬਹਾਰਾਂ ਆ ਗਈਆਂ। ਮਹਿਕਾਂ ਦੀਆਂ ਸੁਗੰਧੀਆਂ ਦੇ ਨਾਲ ਹਵੇਲੀ ਦੀ ਕੰਧ ਉੱਤੇ ਜਿਵੇਂ ਜਗਮਗਾ ਰਹੀਆਂ ਹੁਣ ਨੌਕਰਾਂ ਚਾਕਰਾਂ ਦੇ ਵੀ ਚਿਹਰਿਆਂ ਉੱਤੇ ਰੌਣਕਾਂ ਪਰਤ ਆਈਆਂ। ਘਰ ਦੀ ਘੁੱਟਣ ਖਤਮ ਹੋ ਗਈ। ਮੀਆਂ ਬੀਵੀ ਦੇ ਪਿਆਰ ਨੇ ਸੁੰਨੀ ਹਵੇਲੀ ਆਬਾਦ ਕਰ ਦਿੱਤੀ। ਵਕਤ ਗੁਜ਼ਰਦਾ ਰਿਹਾ। ਗੁਲਬਾਨੋ ਨੇ 3 ਸਾਲਾਂ ਦੇ ਵਿੱਚ 3 ਲੜਕੀਆਂ ਉਸਦੇ ਪੈਦਾ ਹੋਈਆਂ, ਨਹੀਦਾ, ਫਰੀਦਾ ਤੇ ਵਹੀਦਾ। 10 ਸਾਲਾਂ ਬਾਅਦ ਜਾ ਕੇ ਪੈਦਾ ਹੋਇਆ ਸਮੀਰ, ਅਮੀਰ ਖਾਨ ਦਾ ਪੁੱਤਰ ਸਮੀਰ ਖਾਨ। ਔਰ ਜਿਸ ਦੀ ਉਹ ਤਵੱਕੋ ਕਰਦਾ ਸੀ, ਉਸਦੀ ਖੁਆਹਿਸ਼ ਸੀ ਕਿ ਧੀਆਂ ਦੇ ਨਾਲ ਤਾਂ ਉਹ ਰਜਮਾ ਪਿਆਰ ਕਰਦਾ ਸੀ, ਪਰ ਉਸਦੀ ਖੁਆਹਿਸ਼ ਸੀ ਕਿ ਉਸਦਾ ਇੱਕ ਪੁੱਤਰ ਹੋਵੇ। ਦਾਵਤਾਂ ਕੀਤੀਆਂ ਗਈਆਂ, ਜਸ਼ਨ ਮਨਾਏ ਗਏ। ਹਵੇਲੀ ਦਾ ਵਾਰਸ ਜੋ ਪੈਦਾ ਹੋ ਗਿਆ ਸੀ, ਲੱਖਾਂ ਦੀ ਜਾਇਦਾਦ ਦਾ ਮਾਲਕ। ਗੁਲਬਾਨੋ ਹੁਣ ਮੁਕੰਮਲ ਔਰਤ ਬਣ ਗਈ ਸੀ। ਬੱਚਿਆਂ ਦੀ ਪਰਵਰਿਸ਼ ਤੇ ਘਰ ਦੇ ਕੰਮਕਾਰਾਂ ਦੇ ਵਿੱਚ ਉਸਨੂੰ ਆਪਣੇ ਬਾਰੇ ਸੋਚਣ ਦੀ ਫੁਰਸਤ ਹੀ ਨਹੀਂ ਸੀ। ਵਕਤ ਦੇ ਨਾਲ ਬੇਟੀਆਂ ਜਵਾਨ ਹੋਈਆਂ, ਰਿਸ਼ਤੇ ਲੱਭ ਕੇ ਵਿਆਹ ਕਰ ਦਿੱਤੇ ਗਏ। ਉਹ ਆਪਣੇ ਘਰ ਚਲੀਆਂ ਗਈਆਂ। ਵਕਤ ਕੁਝ ਇਸ ਤਰ੍ਹਾਂ ਗੁਜ਼ਰਿਆ। ਉਸਦਾ ਪੁੱਤਰ ਸਮੀਰ ਹਾਲੇ ਕਾਲਜ ਦੇ ਵਿੱਚ ਹੀ ਪੜ੍ਹਦਾ ਸੀ ਕਿ ਅਮੀਰ ਖਾਨ ਲੰਮੀ ਬਿਮਾਰੀ ਤੋਂ ਬਾਅਦ ਦੁੱਖ ਤਕਲੀਫਾਂ ਨਾ ਜਰਦਾ ਹੋਇਆ ਅੱਲਾ ਨੂੰ ਪਿਆਰਾ ਹੋ ਗਿਆ। ਗੁਲਬਾਨੋ ਦਾ ਇੱਕੋ ਇੱਕ ਸਾਥੀ ਉਸਦਾ ਮਿਜ਼ਾਜੀ ਖੁਦਾ ਇਸ ਦੁਨੀਆ ਤੋਂ ਚਲਾ ਗਿਆ ਸੀ।
ਪਰ ਗੁਲਬਾਨੋ ਨੇ ਸਮੀਰ, ਹਵੇਲੀ ਤੇ ਜਾਇਦਾਦ ਦੀ ਜ਼ਿੰਮੇਵਾਰੀ ਖਾਤਰ ਆਪਣੇ ਆਪ ਨੂੰ ਫਿਰ ਤੋਂ ਸੰਭਾਲ ਲਿਆ। ਗੁਲਬਾਨੋ ਤੇ ਸਮੀਰ ਇਕੱਲੇ ਰਹਿ ਗਏ ਸਨ। ਧੀਆਂ ਤਾਂ ਵਿਆਹੀਆਂ ਗਈਆਂ ਸਨ ਤੇ ਕਿਲੇ ਵਰਗੀ ਹਵੇਲੀ ਦੇ ਵਿੱਚ ਦੋਵੇਂ ਇਕੱਲੇ ਸਨ। ਬਾਹਰਲੀ ਦੁਨੀਆ ਦੇ ਵਿੱਚ ਉਸ ਦਾ ਕੋਈ ਰਾਬਤਾ ਨਹੀਂ ਸੀ। ਅਮੀਰ ਖਾਨ ਨੇ ਕਦੇ ਉਸ ਨੂੰ ਮਜਬੂਰ ਵੀ ਨਹੀਂ ਸੀ ਕੀਤਾ ਕਿ ਉਹ ਬਾਹਰਲੀ ਦੁਨੀਆ ਦੇ ਵਿੱਚ ਜਾਵੇ, ਪਰਿਵਾਰ ਤੇ ਸ਼ਰੀਕੇ ਨੂੰ ਮਿਲੇ। ਉਸਨੇ ਕਦੀ ਨਹੀਂ ਸੀ ਮਜਬੂਰ ਕੀਤਾ। ਸਮੀਰ ਜਦੋਂ ਕਾਨੂੰਨ ਦੀ ਪੜ੍ਹਾਈ ਕਰਨ ਲਾਹੌਰ ਚਲਾ ਗਿਆ ਤਾਂ ਗੁਲਬਾਨੋ ਇੱਕ ਵਾਰ ਫਿਰ ਤਨਹਾ ਹੋ ਗਈ, ਉਦਾਸ। ਆਸ ਤੇ ਜੀ ਰਹੀ ਸੀ ਕਿ ਛੇਤੀ ਹੀ ਸਮੀਰ ਪੜ੍ਹਾਈ ਪੂਰੀ ਕਰੇਗਾ, ਘਰ ਵਾਪਸ ਆ ਜਾਵੇਗਾ, ਉਸਦੀ ਸ਼ਾਦੀ ਕਰੇਗੀ ਤੇ ਫਿਰ ਸੁੰਨੀ ਹਵੇਲੀ ਮੁੜ ਆਬਾਦ ਹੋ ਜਾਏਗੀ। ਸਮੀਰ ਪੜ੍ਹਾਈ ਕਰਨ ਗਿਆ, ਆਪਣੀ ਜ਼ਿੰਦਗੀ ਦਾ ਫੈਸਲਾ ਵੀ ਕਰ ਆਇਆ। ਉਸਨੂੰ ਫਿਰਦੌਸ ਨਾਂ ਦੀ ਕੁੜੀ ਦੇ ਨਾਲ ਇਸ਼ਕ ਹੋ ਗਿਆ ਜੋ ਉਸਦੀ ਕਲਾਸ ਦੇ ਵਿੱਚ ਹੀ ਪੜ੍ਹਦੀ ਸੀ। ਗੁਲਬਾਨੋ ਨੂੰ ਪਤਾ ਲੱਗਿਆ ਤਾਂ ਜਿਵੇਂ ਉਸਦੀ ਸਿਰ ਤੇ ਬਿਜਲੀ ਗਿਰ ਗਈ ਹੋਵੇ, ਜਿਵੇਂ ਉਸਦੇ ਸਾਰੇ ਸੁਪਨੇ ਚਕਨਾਚੂਰ ਹੋ ਗਏ ਹੋਣ। ਭਲਾ ਕਿਉਂ? ਅਸਲ ਵਿੱਚ ਸਮੀਰ ਨੂੰ ਫਿਰਦੌਸ ਨਾਂ ਦੀ ਲੜਕੀ ਦੇ ਨਾਲ ਇਸ਼ਕ ਹੋ ਗਿਆ ਸੀ। ਇਹ ਕੁੜੀ, ਇਹ ਲੜਕੀ ਫਿਰੋਜ਼ ਖਾਨ ਦੀ ਹੀ ਧੀ ਸੀ, ਉਹੀ ਫਿਰੋਜ਼ ਖਾਨ ਜੋ ਉਸਨੂੰ ਪਹਿਲਾਂ ਇਕੱਲੀ ਨੂੰ ਛੱਡ ਕੇ ਕਿਤੇ ਚਲੇ ਗਿਆ ਸੀ। ਸਮੀਰ ਨੂੰ ਉਸਦੀ ਹੀ ਲੜਕੀ ਫਿਰਦੌਸ ਦੇ ਨਾਲ ਇਸ਼ਕ ਹੋ ਗਿਆ। ਇਸ ਕਰਕੇ ਗੁਲਬਾਨੋ ਦੇ ਸਿਰ ਉੱਤੇ ਬਿਜਲੀ ਗਿਰੀ, ਜਿਵੇਂ 35 ਸਾਲ ਪਹਿਲਾਂ ਗੁਜ਼ਰਿਆ ਹਾਦਸਾ ਮੁੜ ਉਹਦੇ ਬਿਲਕੁਲ ਸਾਹਮਣੇ ਆ ਖੜਿਆ ਹੋਵੇ, ਜਿਵੇਂ ਉਹ ਦੁਬਾਰਾ ਉਸੇ ਹੀ ਹਾਲਾਤ ਦੇ ਵਿੱਚ ਗੁਜ਼ਰ ਗਈ ਹੋਵੇ। ਬਸ ਕੁਝ ਇਸ ਤਰ੍ਹਾਂ ਹੀ। ਸਮੀਰ ਪੁੱਤਰ, ਉਸ ਖਾਨਦਾਨ ਨਾਲ ਸਾਡੀ ਬੜੀ ਪੁਰਾਣੀ ਦੁਸ਼ਮਣੀ ਹੈ। ਗੁਲਬਾਨੋ ਨੇ ਸਮੀਰ ਨੂੰ ਬੜਾ ਸਮਝਾਇਆ, ਦੁਸ਼ਮਣੀ ਨੂੰ ਦੋਸਤੀ ਦੇ ਵਿੱਚ ਬਦਲ ਦੇਣਾ ਚਾਹੀਦਾ ਹੈ ਅਮੀ ਜਾਨ। ਸਮੀਰ ਨੇ ਮਾਂ ਦੀ ਗੱਲ ਮੋੜੀ, ਵੇ ਮੇਰੇ ਪੁੱਤਰ, ਵੀ ਤੇਰੇ ਅੱਬਾ ਜਾਨ ਜਿਉਂਦੇ ਹੁੰਦੇ ਤਾਂ ਉਹਨਾਂ ਨੂੰ ਬੜਾ ਦੁੱਖ ਹੋਣਾ ਸੀ ਕਿ ਤੂੰ ਕਿਸ ਕਾਰਨਾਮੇ ਨੂੰ ਅੰਜਾਮ ਦੇਣ ਆਇਆ। ਇਹ ਉਹੀ ਸ਼ਖਸ ਹੈ। ਇਸ ਤੋਂ ਬਾਅਦ ਗੁਲਬਾਨੋ ਚੁੱਪ ਹੋ ਗਈ। ਅੱਬਾ ਜਾਨ ਨੇ ਤਾਂ ਅੰਮੀ ਬਹੁਤ ਖੁਸ਼ ਹੋਣਾ ਸੀ, ਉਹ ਬੜੇ ਇਨਕਲਾਬੀ ਇਨਸਾਨ ਸਨ। ਮੈਂ ਤਾਂ ਫਿਰੋਜ਼ ਅੰਕਲ ਦੀ ਪੜ੍ਹੀ ਲਿਖੀ ਬੇਟੀ ਦੇ ਨਾਲ ਨਿਕਾਹ ਕਰ ਆਇਆ, ਪਰ ਅੱਬਾ ਜਾਨ ਨੇ ਤਾਂ ਅੰਕਲ ਫਿਰੋਜ਼ ਦੀ ਠੁਕਰਾਈ ਹੋਈ ਮਾਸ਼ੂਕ ਗੁਲਬਾਨੋ ਦਾ ਹੱਥ ਫੜ ਲਿਆ ਸੀ। ਸਮੀਰ, ਇਸ ਤੋਂ ਬਾਅਦ ਗੁਲਬਾਨੋ ਕੁਝ ਬੋਲ ਨਾ ਸਕੀ। ਆਪਣੇ ਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਲਬਾਨੋ ਦੇ ਸੀਨੇ ਦੇ ਵਿੱਚ ਜਿਵੇਂ ਤੀਰ ਲੱਗਿਆ ਹੋਵੇ। ਸਮੀਰ। ਇਸ ਤੋਂ ਬਾਅਦ ਗੁਲਬਾਨੋ ਦੇ ਹੋਠ ਕੰਬੇ, ਥਰਥਰਾਏ। ਮੁੜ ਮਾਂ ਪੁੱਤਰ ਦੇ ਵਿਚਕਾਰ ਗੱਲ ਨਾ ਹੋਈ। ਸਮੀਰ ਅੰਮੀ ਦੀਆਂ ਭਾਵਨਾਵਾਂ ਨੂੰ ਕਤਲ ਕਰਕੇ ਫਿਰਦੌਸ ਨਾਲ ਨਿਕਾਹ ਕਰਕੇ ਵਲਾਇਤ ਚਲਾ ਗਿਆ। ਫਿਰੋਜ਼ ਦੀ ਹਵੇਲੀ ਦੇ ਵਿੱਚ ਨਿਕਾਹ ਹੋਇਆ। ਉਸ ਹਵੇਲੀ ਦੇ ਵਿੱਚ, ਉਹੀ ਹਵੇਲੀ ਦੇ ਵਿੱਚ ਜਿੱਥੇ ਗੁਲਬਾਨੋ ਨੂੰ ਬੇਇੱਜ਼ਤ, ਬੇਆਬਰੂ ਕਰਕੇ ਕੱਢਿਆ ਗਿਆ ਸੀ, ਉਸੇ ਹੀ ਹਵੇਲੀ ਦੇ ਵਿੱਚ ਜਿੱਥੇ ਕਿਸੇ ਵੇਲੇ ਉਹੀ ਗੁਲਬਾਨੋ ਬੁਰਕੇ ਦੇ ਵਿੱਚ ਪੱਥਰ ਬਣੀ ਬੈਠੀ ਸੀ। ਇਹ ਪੰਚਾਇਤ ਉਸਦੀ ਜ਼ਿੰਦਗੀ ਦਾ ਫੈਸਲਾ ਕਰ ਰਹੀ ਸੀ। ਅੱਜ ਉਸੇ ਹੀ ਹਵੇਲੀ ਦੇ ਵਿੱਚ ਉਸੇ ਹੀ ਪੁੱਤਰ ਦਾ, ਉਸੇ ਹੀ ਸ਼ਖਸ ਦੀ ਧੀ ਦੇ ਨਾਲ ਵਿਆਹ ਹੋ ਰਿਹਾ ਸੀ। ਕਿਵੇਂ ਜਰ ਸਕਦੀ ਸੀ ਗੁਲਬਾਨੋ? ਗੁਲਬਾਨੋ ਤੇ ਉਸਦੀਆਂ ਧੀਆਂ ਸਮੀਰ ਦੇ ਨਿਕਾਹ ਦੇ ਵਿੱਚ ਸ਼ਰੀਕ ਨਾ ਹੋਈਆਂ। ਸਮੀਰ ਇੰਗਲੈਂਡ ਜਾਣ ਤੋਂ ਬਾਅਦ ਆਪਣੀ ਬੀਵੀ ਦੇ ਨਾਲ ਮਿਲਣ ਵੀ ਆਇਆ ਸੀ, ਪਰ ਗੁਲਬਾਨੋ ਨੇ ਨੌਕਰ ਤੋਂ ਕਹਿਲਵਾ ਦਿੱਤਾ ਸੀ ਕਿ ਬੇਗਮ ਸਾਹਿਬਾ ਦੀ ਤਬੀਅਤ ਠੀਕ ਨਹੀਂ ਹੈ। ਉਹ ਪੁੱਤਰ ਦੇ ਮੱਥੇ ਵੀ ਨਹੀਂ ਲੱਗੀ ਸੀ। ਬਾਕੀ ਦੁਨੀਆ ਵਾਂਗ ਆਪਣੇ ਇਕਲੌਤੇ ਪੁੱਤਰ ਨਾਲੋਂ ਵੀ ਨਾਤਾ ਤੋੜ ਲਿਆ ਸੀ। ਹਨੇਰੀ ਹਵੇਲੀ ਦਾ ਚਿਰਾਗ ਤੇ ਇਕਲੌਤਾ ਵਾਰਸ ਹਵੇਲੀ ਦੇ ਦਰਵਾਜ਼ੇ ਤੋਂ ਵਾਪਸ ਮੋੜ ਦਿੱਤਾ ਗਿਆ। ਗੁਲਬਾਨੋ ਕੋਲ ਸਮੀਰ ਦੇ ਕਈ ਸੁਨੇਹੇ ਆਏ, ਮਾਫੀਆਂ ਮੰਗੀਆਂ ਗਈਆਂ, ਇੰਗਲੈਂਡ ਦੀ ਟਿਕਟ, ਪੌਂਡਾਂ ਦੇ ਮਨੀ ਆਰਡਰ ਤੇ ਬੱਚਿਆਂ ਦੇ ਪਿਆਰ ਦੇ ਵਾਸਤੇ ਦਿੱਤੇ ਗਏ, ਪਰ ਗੁਲਬਾਨੋ ਨੇ ਕਦੀ ਕੋਈ ਜਵਾਬ ਨਾ ਦਿੱਤਾ। ਬਸ ਉਹ ਤਾਂ ਦਰਿਆ ਜੇਲਮ ਵਾਂਗ ਹੋ ਗਈ ਸੀ। ਉਸ ਚਾਰ ਦੀਵਾਰੀ ਦੀਆਂ ਉੱਚੀਆਂ ਕੰਧਾਂ ਵਾਂਗ ਪੱਥਰ ਹੋ ਗਏ ਸੀ, ਜਿਸ ਦੇ ਤੂਫਾਨ ਦੇ ਵਿੱਚੋਂ ਲੰਘਦੇ ਸੀ ਪਰ ਕੰਢੇ ਨਹੀਂ ਸਨ ਮਿਲਦੇ। ਕੁਝ ਇਸ ਤਰ੍ਹਾਂ ਦਾ ਦਰਿਆ ਜੇਲਮ, ਜਿਸ ਵਿੱਚ ਤੂਫਾਨ ਵੀ ਆਉਂਦੇ, ਪਾਣੀ ਦੀਆਂ ਛੱਲਾਂ ਵੀ ਆਉਂਦੀਆਂ, ਪਰ ਦੋ ਕਿਨਾਰੇ ਨਾ ਮਿਲਦੇ। ਉਹ ਹੁਣ ਉਸ ਹਵੇਲੀ ਵਾਂਗ ਮਜ਼ਬੂਤ ਬਣ ਗਈ ਸੀ, ਜਿਸ ਦੀ ਛੱਤ ਉੱਤੇ ਖੜੋ ਕੇ ਉਹ ਆਕਾਸ਼ ਦੇ ਨਾਲ ਗੱਲਾਂ ਕਰਦੀ ਸੀ ਤੇ ਧਰਤੀ ਦੇ ਲੋਕਾਂ ਨੂੰ ਉਸ ਤੱਕ ਕੋਈ ਪਹੁੰਚ ਨਹੀਂ ਸੀ। ਬਸ ਇੰਨੀ ਸੀ ਗੁਲਬਾਨੋ ਦੀ ਕਹਾਣੀ, ਵੀਨਾ ਵਰਮਾ ਦੀ ਲਿਖੀ ਹੋਈ ਕਹਾਣੀ।